ਵਾਹਿਗੁਰੂ ਜੀ। श्री वाहिगुरु साहब जी कृपा करो दीन के दाते। मेरा गुण अवगुण ना विचारो कोई, माटी का क्या धोपै स्वामी मानस की गाते ही। जप मन सतनाम, जप मन सतनाम सदा सतनाम। हलत पलत मुख उज्जल होई है, नित ध्याइए हर पुरख नरंजना। जय हर सिमरन भया तै उपाद गत कीनी। बड़ भागी यार जपना जन नानक का गुर एह मत दीनी। जप हर पव जल तरना। प्रगट्यो मर्द गमड़ा बरियाम केला। प्रगट्यो मर्द अगमड़ा बरियाम अकेला। वाहो वाहो गोबिंद सिंह आपे गुर चेला। मेरी बंदना गोपाल राय बंदना जी। मेरी बंदना गोपाल राय बंदना जी। बंदना गोपाल राय बंदना गोपाल राय बंदना जी। मेरी बंदना गोपाल राय बंदना जी। बंदना जी मेरी बंदना जी। बंदना जी मेरी बंदना जी। बंदना जी मेरी बंदना जी मेरी बंदना जी। बंदना जी मेरी बंदना जी।
ਰਾਏ ਬੰਦਨਾ ਜੀ, ਮੇਰੀ ਬੰਦਨਾ ਗੋਪਾਲ ਰਾਏ ਬੰਦਨਾ ਜੀ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਡਡੌਤ ਬੰਦਨ ਅਨਕ ਵਾਰ। ਸਰਬ ਕਲਾ ਸਮਰੱਥ ਦੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਮੈਂ ਨਹੀਂ ਕਿਸਹੁ ਨਹੀਂ, ਕਿਸੇ ਆਹੇ ਨਾ ਮੋਰਾ। ਅਵਸਰ ਲੱਜਾ ਰਾਖ ਲਿਓ, ਸਦਨਾ ਜਨ ਤੋਰਾ। ਹੇਮਕੁੰਟ ਦੇ ਵਾਸੀ ਨੂੰ ਮੈਂ ਬੰਦਨਾ ਬਾਰੋ ਬਾਰ ਕਰਾਂ। ਹੇਮਕੁੰਟ ਦੇ ਵਾਸੀ ਨੂੰ ਮੈਂ ਬੰਦਨਾ ਬਾਰੋ ਬਾਰ ਕਰਾਂ। ਦੇ ਬਾਸੀ ਹੇਮਕੁੰਟ ਦੇ ਵਾਸੀ ਨੂੰ ਮੈਂ ਬੰਦਨਾ ਬਾਰੋ ਵਾਰ ਕਰਾਂ। ਹੇਮਕੁੰਟ ਦੇ ਵਾਸੀ ਨੂੰ ਮੈਂ ਬੰਦਨਾ ਬਾਰੋ ਵਾਰ ਕਰਾਂ। ਬੰਦਨਾ ਵਾਰੋ ਵਾਰ ਕਰਾਂ ਮੈਂ, ਬੰਦਨਾ ਵਾਰੋ ਵਾਰ ਕਰਾਂ। ਬੰਦਨਾ ਵਾਰੋ ਵਾਰ ਕਰਾਂ ਮੈਂ, ਬੰਦਨਾ ਵਾਰੋ ਵਾਰ ਕਰਾਂ। ਵਾਰੋ ਵਾਰ ਕਰਾਂ ਮੈਂ, ਬੰਦਨਾ ਵਾਰੋ ਵਾਰ ਕਰਾਂ। ਬੰਦਨਾ ਵਾਰੋ ਵਾਰ ਕਰਾਂ ਮੈਂ, ਬੰਦਨਾ ਵਾਰੋ ਵਾਰ ਕਰਾਂ। ਬੰਦਨਾ ਵਾਰੋ ਹੇਮਕੁੰਟ ਦੇ ਵਾਸੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। ਹੇਮਕੁੰਟ ਦੇ ਵਾਸੀ ਨੂੰ ਮੈਂ ਬੰਦਨਾ ਵਾਰੋ ਵਾਰ ਕਰਾਂ। ਬੰਦਨਾ ਅਨਕ ਵਾਰ ਸਭ ਕਰਾ, ਦੋਲਨ ਤੇਰਾ ਕੋ ਪ੍ਰਭੂ, ਨਾਨਕ ਦੇ ਕਰ ਹੱਥ। ਬਹੁਤ ਹੀ ਸਤਿਕਾਰਯੋਗ ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਹਾਜ਼ਰਾ ਹਜ਼ੂਰ ਗੱਦੀ ਕੇ ਵਿਰਾਜਮਾਨ ਚਵਰਤਕ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਆਓ ਜਿੰਨੀਆਂ ਵੀ ਸੰਗਤਾਂ
ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹਾਂ। ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪਹੁੰਚ ਰਹੇ ਹੋ। ਆਪ ਸਰਬ ਸੰਗਤਾਂ ਵੱਡੇ ਭਾਗਾਂ ਵਾਲਿਓ, ਵੱਡੇ ਕਰਮਾਂ ਵਾਲਿਓ। ਅੱਜ ਪੰਥ ਖਾਲਸੇ ਦਾ ਸਾਜਨਾ ਦਿਵਸ, ਖਾਲਸੇ ਦਾ ਜਨਮ ਦਿਨ। ਆਪਾਂ ਮਨਾਉਣ ਵਾਸਤੇ ਗੁਰੂ ਚਰਨਾਂ 'ਚ ਪਹੁੰਚੇ, ਗੁਰੂ ਦੇ ਚਰਨਾਂ ਦੇ ਵਿੱਚ ਨਮਸਤਕ ਹੋਏ ਹੈ। ਸਾਧ ਸੰਗਤ ਜੀ, ਭਾਵੇਂ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਜਿੱਥੇ ਵੀ ਗੁਰੂ ਨਾਨਕ ਲੇਵਾ ਸਿੱਖ ਵਸਦਾ, ਭਾਵੇਂ ਦੇਸ਼ ਵਿਦੇਸ਼ ਨੇ, ਭਾਵੇਂ ਮਾਰੂ ਥਲ ਹੈ, ਭਾਵੇਂ ਪਹਾੜੀ ਦੀਆਂ ਚੋਟੀਆਂ ਨੇ, ਜਿੱਥੇ ਵੀ ਗੁਰੂ ਨਾਨਕ ਦੇਵ ਦਾਸ ਮਹਾਰਾਜ ਦਾ ਸਿੱਖ ਵਸਦਾ ਹੈ, ਅੱਜ ਹਰ ਇੱਕ ਜਗ੍ਹਾ 'ਤੇ ਉਹ ਦਿਨ, ਜਿਸ ਦਿਨ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪੰਥ ਖਾਲਸੇ ਦੀ ਸਿਰਜਣਾ ਕੀਤੀ। ਸਾਧ ਸੰਗਤ, ਇਹ ਦਿਨ ਹਰ ਇੱਕ ਗੁਰਸਿੱਖ ਅੱਜ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਹਰ ਇੱਕ ਗੁਰਸਿੱਖ ਅੱਜ ਗੁਰੂ ਦੇ ਚਰਨਾਂ ਦੇ ਵਿੱਚ ਨਮਸਤਕ ਹੋ ਰਹੇ। ਭਾਵੇਂ ਸਾਡਾ ਫਰਜ਼ ਬਣ ਜਾਂਦਾ ਹੈ ਸਾਰਿਆਂ ਦਾ ਹੀ ਕਿ ਗੁਰੂ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਯਾਦ ਕਰਦੇ ਹਾਂ, ਉਸ ਗੁਰੂ ਦੇ ਚਰਨਾਂ ਦੇ ਵਿੱਚ ਨਮਸਤਕ ਹੋਣਾ, ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਸਾਡਾ ਫਰਜ਼ ਹੈ। ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੰਥ ਖਾਲਸੇ ਦੀ ਸਾਜਨਾ ਕਿਉਂ ਕੀਤੀ? ਕੀ ਲੋੜ ਪੈ ਗਈ? ਮੈਂ ਸੰਗਤਾਂ ਦੇ ਨਾਲ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਬੇਨਤੀ ਕਰਦੀ ਹੈ ਵੀ ਇੱਕ ਤਾਂ ਚੁੱਪ ਦਾ ਦਾਨ ਬਖਸ਼ਣਾ ਸਾਰਿਆਂ ਨੇ। ਜੇ ਕੋਈ ਸੇਵਾ ਕਰਨੀ ਹੈ ਤਾਂ ਇਸ਼ਾਰੇ ਦੇ ਨਾਲ। ਦੂਸਰੀ ਬੇਨਤੀ, ਆਪਾਂ ਗੁਰੂ ਚਰਨਾਂ ਦੇ ਵਿੱਚ ਪਹਿਲਾਂ ਆਪਣੀ ਹਾਜ਼ਰੀ ਲਵਾ ਲਈਏ ਅਤੇ ਰਸਨਾ ਨੂੰ ਪਵਿੱਤਰ ਕਰੀਏ। ਸਾਰੀਆਂ ਸੰਗਤਾਂ ਨੇ ਇੱਕ ਵਾਰੀ ਫਤਿਹ ਦਾ ਜਵਾਬ ਫਤਿਹ ਦੇਣ ਦੀ ਕਿਰਪਾਲਤਾ ਕਰਨੀ ਹੈ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ, ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਉਹਨਾਂ ਨੂੰ ਲਾਹੌਰ ਦੇ ਵਿੱਚ ਤੱਤੀਆਂ ਤਵੀਆਂ 'ਤੇ ਬਿਠਾ ਕੇ, ਉਬਲਦੇ ਪਾਣੀ ਦੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ, ਉਹਨਾਂ ਦੀ ਸ਼ਹੀਦੀ ਇੱਕ ਨਵਾਂ ਰੰਗ ਲੈ ਕੇ ਆਈ। ਫਿਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕੀਤੀਆਂ, ਉਹਨਾਂ ਨੇ ਉਸ ਸਮੇਂ ਸਿੱਖਾਂ ਨੂੰ ਕਹਿ ਦਿੱਤਾ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਗੁਰੂ ਘਰ ਦੇ ਸਿੱਖ ਮਸੰਦ ਸਿੱਖ ਹੁੰਦੇ ਸੀ, ਜੋ ਗੁਰੂ ਘਰ ਵਾਸਤੇ ਨਗਰਾਂ ਦੇ ਵਿੱਚੋਂ ਲੰਗਰਾਂ ਵਾਸਤੇ ਰਸਦਾਂ ਮਾਇਆ ਇਕੱਤਰ ਕਰਕੇ ਲੈ ਕੇ ਆਉਂਦੇ ਸੀ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਹਿ ਦਿੱਤਾ ਸਿੱਖਾਂ ਨੂੰ ਕਿ ਸਿੱਖੋ, ਅੱਜ ਤੋਂ ਬਾਅਦ ਕਿਸੇ ਨੇ ਰਸਦਾਂ ਮਾਇਆ ਜਾਂ ਸੋਹਣੇ ਵਸਤਰ ਇਹ ਗੁਰੂ ਘਰ ਲੈ ਕੇ ਨਹੀਂ ਆਉਣੇ, ਇਹ ਨਹੀਂ ਭੇਟ ਹੋਣੇ। ਮਹਾਰਾਜ, ਫਿਰ ਹੁਣ ਕੀ ਹੋਊਗਾ? ਮਹਾਰਾਜ ਜੀ ਕਹਿੰਦੇ, ਹੁਣ ਸੋਹਣੇ ਸ਼ਸਤਰ, ਸੋਹਣੇ ਘੋੜੇ, ਹੁਣ ਉਹ ਗੁਰੂ ਘਰ ਦੇ ਵਿੱਚ ਭੇਟ ਹੋਇਆ ਕਰਨਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਮਹਾਰਾਜ ਤੱਕ, ਹੁਣ ਤੱਕ ਗੁਰੂ ਦੇ ਸਿੱਖ ਜਾਂ ਗੁਰੂ ਸਾਡੇ ਮਾਲਾ ਫੇਰਦੇ ਸੀ, ਪਰ
ਹੁਣ ਦੁਨੀਆ ਦੇ ਉੱਤੇ ਜ਼ੁਲਮ ਇੰਨਾ ਵੱਧ ਗਿਆ, ਹੁਣ ਮੀਰੀ ਪੀਰੀ ਦੀ ਤਲਵਾਰ ਪਹਿਨਣ ਦਾ ਸਮਾਂ ਆ ਗਿਆ। ਮਾਲਾ ਤੋਸੇਖਾਨੇ ਵਿੱਚ ਜਮ੍ਹਾਂ ਕਰ ਦਿਓ, ਮਾਲਾ ਫੇਰਨੀਆਂ ਬੰਦ ਕਰ ਦਿਓ। ਕਹਿੰਦੇ ਬੰਦ ਕਰ ਦਿਓ, ਮਾਲਾ ਦੀ ਲੋੜ ਨਹੀਂ। ਹੁਣ ਸੋਹਣੇ ਸ਼ਸਤਰ, ਸੋਹਣੇ ਘੋੜੇ, ਹਾਥੀ, ਪਲੱਥੇ ਦੀਆਂ ਖੇਡਾਂ, ਵੀਰ ਰਸ ਦੀਆਂ ਕਵਿਤਾਵਾਂ, ਕਵੀ ਦਰਬਾਰ, ਸਿੰਘਾਂ ਦੀਆਂ ਵਾਰਾਂ ਸੁਣਨੀਆਂ, ਢਾਡੀ ਦਰਬਾਰ ਲੱਗਣੇ, ਹਰ ਪਾਸੇ ਜੋਸ਼ ਵਾਲਾ ਕੰਮ ਸ਼ੁਰੂ ਕੀਤਾ ਕਿ ਜੇ ਜ਼ੁਲਮ ਦੇ ਨਾਲ ਟੱਕਰ ਲੈਣੀ ਹੈ ਫਿਰ ਉਹਨਾਂ ਵਰਗਾ ਬਣਨਾ ਪੈਣਾ, ਹੱਥਾਂ 'ਚ ਤਲਵਾਰਾਂ ਚੱਕਣੀਆਂ ਪੈਣੀਆਂ ਨੇ। ਉਸ ਸਮੇਂ ਸਾਧ ਸੰਗਤ ਫਿਰ ਗੁਰੂ ਮਹਾਰਾਜ ਜੀ ਨੇ ਤਲਵਾਰ ਚੱਕੀ, ਘੋੜ ਸਵਾਰੀ ਕੀਤੀ। ਇਸੇ ਤਰ੍ਹਾਂ ਜਦੋਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਉਸ ਸਮੇਂ ਜਦੋਂ ਭਾਈ ਜੈਤਾ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ ਸੀ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕੋ ਗੱਲ ਪੁੱਛੀ ਸੀ ਭਾਈ ਜੈਤੇ ਨੂੰ, ਜੈਤਿਆ, ਜਦੋਂ ਗੁਰੂ ਮਹਾਰਾਜ ਜੀ ਦੇ ਪਿਤਾ ਮਹਾਰਾਜ ਜੀ ਦੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਿਰ 'ਤੇ ਜ਼ੁਲਮਾਂ ਦੀ ਤਲਵਾਰ ਚੱਲੀ ਸੀ, ਉੱਥੇ ਕਿੰਨਾ ਕੁ ਇਕੱਠ ਸੀ? ਕਹਿੰਦਾ ਮਹਾਰਾਜ ਬਹੁਤ ਇਕੱਠ ਹੋਇਆ ਸੀ। ਗੁਰੂ ਦੇ ਸਿੱਖ ਕਿੰਨੇ ਕੁ ਸੀ? ਕਹਿੰਦਾ ਮਹਾਰਾਜ ਸਾਰੇ ਲੋਕ ਜ਼ੁਲਮ ਤੋਂ ਜ਼ਾਲਮ ਦੇ ਜ਼ੁਲਮ ਤੋਂ ਡਰਦੇ ਮੂੰਹ ਲੁਕੋ ਕੇ ਖੜੇ। ਮਹਾਰਾਜ ਉੱਥੇ ਪਤਾ ਹੀ ਨਹੀਂ ਲੱਗਦਾ ਵੀ ਕੌਣ ਸਿੱਖ ਹੈ, ਕੌਣ ਬਗਾਨਾ, ਕੌਣ ਆਪਣਾ। ਉੱਥੇ ਪਤਾ ਹੀ ਨਹੀਂ ਚੱਲਦਾ ਸੀ। ਮਹਾਰਾਜ ਜੀ ਨੇ ਉਸ ਸਮੇਂ ਕਹਿਣਾ ਕੀਤਾ ਕਿ ਜੇ ਅੱਜ ਤੁਹਾਨੂੰ ਪਤਾ ਨਹੀਂ ਲੱਗਿਆ ਲੱਖਾਂ ਲੋਕਾਂ ਦੇ ਇਕੱਠ ਵਿੱਚੋਂ ਕਿ ਇਹਨਾਂ ਵਿੱਚ ਗੁਰੂ ਦਾ ਸਿੱਖ ਕੌਣ ਹੈ, ਮਹਾਰਾਜ ਜੀ ਕਹਿੰਦੇ ਫਿਰ ਐਸਾ ਪੰਥ ਖਾਲਸਾ ਪੈਦਾ ਕਰਾਂਗਾ, ਐਸਾ ਪੰਥ ਖਾਲਸਾ 'ਚ ਜਾਵਾਂਗਾ, ਐਸਾ ਖਾਲਸੇ ਦੀ ਸਿਰਜਣਾ ਕਰਾਂਗਾ, ਉਹ ਲੱਖਾਂ ਕੀ ਜੇ ਕਰੋੜਾਂ ਵਿੱਚ ਵੀ ਖੜਾ ਹੋਏ ਇਕੱਲਾ ਦੂਰੋਂ ਦਿਖੂਗਾ ਕਿ ਉਹ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਖੜਾ ਹੈ। ਐਸਾ ਪੰਥ ਖਾਲਸਾ ਸਾਜਾਂਗਾ, ਐਸਾ ਸਿੰਘ ਸਜਾਵਾਂਗਾ। ਫਿਰ ਉਸ ਸਮੇਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਹਰਗੋਬਿੰਦ ਸਾਹਿਬ ਮਹਾਰਾਜ ਵਾਲੀ ਨੀਤੀ ਅਪਣਾਈ। ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਸੀ ਕਿ ਸਿੱਖੋ, ਆਪਣੇ ਹਰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਗੁਰੂ ਨਾਨਕ ਦੇਵ ਸਿੱਖਾਂ ਨੂੰ ਸੁਨੇਹਾ ਭੇਜ ਦਿਓ ਕਿ ਅੱਜ ਤੋਂ ਬਾਅਦ ਗੁਰੂ ਘਰ ਦੇ ਵਿੱਚ ਰਸਦਾਂ ਜਾਂ ਸੋਹਣੇ ਕੱਪੜੇ ਮਾਇਆ ਨਹੀਂ ਆਵੇਗੀ। ਮਹਾਰਾਜ ਕੀ ਆਊਗਾ? ਕਹਿੰਦੇ ਸੋਹਣੇ ਘੋੜੇ, ਸੋਹਣੇ ਹਾਥੀ, ਵਧੀਆ ਤੋਂ ਵਧੀਆ ਸ਼ਸਤਰ। ਜਿਹੜੇ ਸਿੱਖ ਭੋਰਿਆਂ 'ਚ ਬੈਠ ਕੇ ਮਾਲਾ ਫੇਰਦੇ ਸੀ, ਉਹਨਾਂ ਦੇ ਹੱਥਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰਾਂ ਫੜਾ ਦਿੱਤੀਆਂ। ਅੱਜ ਆਨੰਦਪੁਰ ਦੀ ਸਾਹਿਬ ਦੀ ਧਰਤੀ ਦੇ ਉੱਤੇ ਭਲੱਥੇ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ, ਗੱਤਕਾ ਸਿਖਾਇਆ ਜਾ ਰਿਹਾ ਹੈ, ਘੋੜ ਸਵਾਰੀ ਨਾਲ ਵਿੱਦਿਆ, ਗੁਰਮੁਖੀ ਭਾਸ਼ਾ ਨਾਲ ਗੁਰਬਾਣੀ ਪੜ੍ਹਨੀ ਸਿਖਾਈ ਜਾ ਰਹੀ ਹੈ। ਮੁਕਾਬਲੇ ਕਰਵਾਏ ਜਾ ਰਹੇ ਨੇ। ਅੱਜ ਜਿਵੇਂ ਹੁਣ ਦਸਤਾਰਾਂ ਦੇ ਮੁਕਾਬਲੇ ਹੁੰਦੇ ਨੇ ਨਾ, ਆਪਾਂ ਸੁਣਦੇ ਅੱਜ ਦਸਤਾਰਬੰਦੀ ਮੁਕਾਬਲਾ ਜੀ। ਉਹਨਾਂ ਸਮਿਆਂ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੋਹਣੇ ਦਮਾਲੇ ਜਿਹੜੇ ਬੰਨ੍ਹ ਕੇ ਆਉਂਦੇ ਸੀ ਸਿੱਖ, ਉਹਨਾਂ ਨੂੰ ਸਨਮਾਨਿਤ ਕਰਨਾ। ਸੋਹਣੇ ਦਮਾਲੇ ਵਾਲਿਆਂ ਦੇ ਮੁਕਾਬਲੇ ਹੋਣੇ, ਦਸਤਾਰਾਂ ਦੇ ਮੁਕਾਬਲੇ। ਸਾਧ ਸੰਗਤ ਉਸ ਸਮੇਂ ਫਿਰ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਮਹਾਰਾਜ ਜੀ ਨੇ ਪਹਿਲਾਂ ਹੀ ਆਪਣੇ ਸਿੱਖਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਿੱਠੀਆਂ ਲਿਖ ਕੇ ਭੇਜ ਦਿੱਤੀਆਂ ਕਿ ਜਿਹੜੀ 1699 ਦੀ ਵਿਸਾਖੀ ਹੈ, ਇਸ ਦਿਨ ਜਿੰਨੇ ਵੀ ਗੁਰੂ ਨਾਨਕ ਲੇਵਾ ਸਿੱਖ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਨੇ, ਸਾਰੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਇਕੱਠੇ ਹੋਏ ਹੋ। ਅੱਜ ਖਾਸ ਪੰਥ ਖਾਲਸੇ ਦੀ ਸਿਰਜਣਾ ਕਰਨ ਵਾਸਤੇ ਮਹਾਰਾਜ ਜੀ ਨੇ ਇੱਕ ਨਵਾਂ ਪ੍ਰੋਗਰਾਮ ਉਲੀਕ ਲਿਆ। ਸਾਧ ਸੰਗਤ ਇਕੱਠ ਕੀਤਾ ਸੰਗਤਾਂ ਦਾ। ਅੱਜ ਗੁਰੂ ਮਹਾਰਾਜ ਜੀ ਨੇ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਵੜਦੇ ਸੀ ਨਾ, ਮਹਾਰਾਜ ਜੀ ਨੇ ਚਾਰੇ ਰਸਤਿਆਂ ਦੇ ਉੱਤੇ 4 ਗੇਟ ਬਣਾ ਦਿੱਤੇ। ਉਹਨਾਂ ਅਲੱਗ-ਅਲੱਗ ਗੇਟਾਂ ਦੇ ਉੱਤੇ
गुरु महाराज जी ने अलग अलग बैनर छाप के लाए गए, बोर्ड बना के लाए गए। पहले गेट के उपर लिखा गया, जाओ तो प्रेम खिलन का चाओ, सिर तर तली गली मेरी आओ। दूसरे गेट ते लिखे है, इतमार्ग पैर धरीजै, सिर दीजै कान ना कीजै। तीजे गेट ते लिखिया, पहला मरण कबूल कर, जीवन की सड आस, हो सबना की रेणका तो आओ हमारे पास। अगले गेट ते लिखिया, सूरा सो पहचानी है, जो लरै दीन कै हेत, पुरजा पुरजा कट मरै कब होना छाडै खेत। हुण देसां विदेसां दीयां संगतां जदों गुरु पातशाह जी दा सुनेहा पहुंचे, हुण आनंदपुर साहब दे विच बहुत वड्डा पंडाल बनाया गया है। चारे गेटां ते अलग अलग मैटो लाए गए ने लिख के। एक अंदर वड्डी स्टेज बनाई गई है, स्टेज के पिछे वड्डा पर्दा लाया गया। हुण संगतां जिहदे कोल सुनेहा जांदा है कि गुरु गोबिंद सिंह महाराज जी दा सुनेहा आया कि अज खुशियां वंडियां जाणियां ने, अज बाबे नानक दे दर ते खुशियां वंडियां जाणियां ने। साध संगत होर तां भावें असीं कुछ जाइए चाहे ना जाइए, जे पता लग जाए गुरु घर च अज कुछ वंडना फिर तां आपां इकट्ठ हो जांदा है। आईयां विदेशां तों संगतां, गुरु महाराज जी ने इकट्ठ किया, संगतां नूं पता लगे है। जिन्हों पता लगदा वो नाल दे नूं कहंदा है, चल चलीए फिर आनंदपुर साहब। कहंदा की करना है? कहंदा बाजां वाला प्रीतम अज उत्थे खुशियां वंडदा है। एक दूसरे नूं एक तुरिया, उहदे नाल उहने दूसरे नूं दस्सिया, दूसरा चल पिया। फिर दो नूं दस्सिया, फिर दो होर हो गए, चार हो गए, चार ने दस्सिया 8 हो गए। बड़े बड़े टोले बन के, बहीरा बन के लोग आनंदपुर साहब नूं जाण लगे। हर कोई कहंदा चल अज आनंदपुर साहब दे विच बाजां वाला प्रीतम खुशियां वंडदा, चलो लै लईए खुशियां। मन चल आनंदपुर बल चलिए, मन चल आनंदपुर बल चलिए। मन चल आनंदपुर बल चलिए, मन चल आनंदपुर बल चलिए। जिथे आनंदपुर बल चलिए, मन चलो जिथे रस्ते कलगियां वाले वैर पवे, जिथे कदर पवे बेकदरां दी। मन चल आनंदपुर बल चलिए, मन चल आनंदपुर बल चलिए। जिथे कदर पवे, जिथे कदर पवे जिथे कदर पवे बेकदरां दी, जिथे कदर पवे बेकदरां दी। मन चल आनंदपुर बल चलिए, मन चल आनंदपुर बल चलिए। चलो बच्चे तख्त रचाया, ओ हर सच्चे तख्त रचाया। सत्संग मेला नानक निरभौ निरंकार, विच सिद्धा खेला।
ਪਉਨ ਤਾਰ ਬਿਤ ਸਦਾ ਖੇਲਾ गुरु सिमर मनाई काल का गुर सिमर मनाई सिमर मनाई काल का खंडे की बेला सिमर मनाई काल का खंडे की बेला बहुल खंड तार हो जन्म सोहेला पीबो बहुल खंड तार भई पीबो बहुल खंड तार होए जन्म सोहेला गुरु संगत कीनी खालसा गुर संगत कीनी गुरु संगत कीनी खालसा मन मुखी दोहेला बाहो बाहो गोबिंद सिंह आपे गुर चेला बाहो बाहो गोबिंद सिंह आपे गुर चेला बाहो बाहो गोबिंद सिंह आपे गुर चेला गोबिंद सिंह आपे गुर चेला गुरु महाराज जी ने इकट्ठ रख लिया साध संगत स्नेहे लग गए संगतां नूं देसां विदेसां दियां नूं हुण सारे जाने रल मिल के साध संगत टोले बन बन के गुरु कीआं प्यारियां फौजां आ रहीआं ने हुण 4 गेट बनाए ने हुण 4 गेटां दे उत्ते गुरु महाराज जी ने सिंह खड़ा दित्ते भाई ਜਿਹੜਾ ਵੀ ਬਾਹਰੋਂ ਸੰਗਤ ਗੁਰੂ ਨਾਨਕ ਲੇਵਾ ਸਿੱਖ ਆਉਂਦਾ ਨਾ ਉਹਦੇ ਨਾਲ ਬਚਨ ਕਰਨਾ ਮਹਾਰਾਜ ਕੀ ਬਚਨ ਕਰਨਾ ਹੈ ਉਹਨੂੰ ਇੱਥੇ ਪੁੱਛਣਾ ਹੈ ਵੀ ਆ ਗੇਟ ਉੱਪਰ ਕੀ ਲਿਖਿਆ ਹੋਇਆ ਸਾਧ ਸੰਗਤ ਕਹਿੰਦੇ ਠੀਕ ਆ ਮਹਾਰਾਜ ਜੀ ਹੁਣ ਜਦੋਂ ਸੰਗਤਾਂ ਆਈਆਂ ਪਹਿਲੇ ਨੂੰ ਪੁੱਛਿਆ ਮਹਾਰਾਜ ਜੀ ਜਦੋਂ ਆਏ ਸਿੱਖਾਂ ਦਾ ਟੋਲਾ ਸਿੱਖ ਅੱਗੇ ਅੱਗੇ ਆਉਂਦਾ ਹੈ ਪਹਿਰੇਦਾਰ ਨੇ ਗੇਟ ਤੇ ਰੋਕ ਲਿਆ ਕਹਿੰਦਾ ਕੀ ਗੱਲ ਜੀ ਕਿਉਂ ਰੋਕ ਲਿਆ ਕਹਿੰਦੇ ਗੁਰੂ ਮਹਾਰਾਜ ਜੀ ਦਾ ਹੁਕਮ ਹੈ ਪਹਿਲਾਂ ਦੱਸੋ ਜਿਹੜਾ ਉੱਪਰ ਬੋਰਡ ਲੱਗਿਆ ਇਹਦੇ ਉੱਪਰ ਕੀ ਲਿਖਿਆ ਇਹਦੇ ਉੱਪਰ ਕੀ ਲਿਖਿਆ ਹੁਣ ਜਿਹੜਾ ਗੁਰੂ ਦਾ ਸਿੱਖ ਪੜ੍ਹਿਆ ਲਿਖਿਆ ਸੀ ਸਾਧ ਸੰਗਤ ਉਹਨੇ ਤਾਂ ਪੜ੍ਹ ਲਿਆ ਉਹਨੇ ਕਹਿ ਦਿੱਤਾ ਕਿ ਭਾਈ ਇਹਦੇ ਉੱਪਰ ਲਿਖਿਆ ਜਾਓ ਤਾਂ ਪ੍ਰੇਮ ਖਿਲਨ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਸ਼ਬਦ ਉਚਾਰਨ ਕੀਤਾ ਸਾਧ ਸੰਗਤ ਫਿਰ ਮਹਾਰਾਜ ਜੀ ਦਾ ਹੁਕਮ ਹੈ ਉਹ ਹੁਣ ਸਟੇਜ ਤੱਕ ਇਹ ਸ਼ਬਦ ਪੜ੍ਹਦਾ ਹੀ ਜਾਈ ਬਸ ਨਾਲ ਦੇ ਟੋਲੇ ਨੂੰ ਪਿੱਛੇ ਲਾ ਲਿਆ ਇੱਕ ਜਾਣਾ ਅੱਗੇ ਬੋਲਦਾ ਜਾਂਦਾ ਹੈ ਉਹ ਸਿਰ ਧਰ ਕੇ ਤਲੀ ਦੇ ਉੱਤੇ ਆ ਜਾ ਲੰਘਣਾ ਜੇ ਪ੍ਰੇਮ ਦੀ ਗਲੀ ਧਰ ਕੇ ਤਲੀ ਦੇ ਉੱਤੇ ਆ ਜਾ ਲੰਘਣਾ ਜੇ ਪ੍ਰੇਮ ਦੀ ਗਲੀ ਧਰ ਕੇ ਤਲੀ ਤੇ
ਕੇ ਤਲੀ ਤੇ ਆ ਜਾ ਲੰਘਣਾ ਜੇ ਪ੍ਰੇਮ ਦੀ ਗਲੀ ਓਏ ਸਿਰ ਧਰ ਕੇ ਤਲੀ ਤੇ ਆ ਜਾ ਲੰਘਣਾ ਜੇ ਪ੍ਰੇਮ ਦੀ ਗਲੀ। ਸਾਧ ਸੰਗਤ ਜੀ ਇਹੋ ਬਚਨ ਪੜ੍ਹਦੇ ਜਾਂਦੇ ਨੇ ਗੁਰੂ ਮਹਾਰਾਜ ਜੀ ਦਾ। ਹੁਣ ਜਿਹੜੀ ਦੂਸਰੇ ਗੇਟ ਰਾਹੀਂ ਆਈ ਹੈ ਸੰਗਤ, ਜਦੋਂ ਫਿਰ ਦੂਸਰੇ ਗੇਟ ਵਾਲੀ ਸੰਗਤ ਆਈ ਪਹਿਰੇਦਾਰ ਨੇ ਰੋਕ ਲਿਆ, ਭਾਈ ਗੁਰੂ ਮਹਾਰਾਜ ਜੀ ਦਾ ਹੁਕਮ ਹੈ। ਕਹਿੰਦੇ ਕੀ ਹੁਕਮ ਹੈ? ਮਹਾਰਾਜ ਜੀ ਦਾ ਹੁਕਮ ਹੈ ਪਹਿਲਾਂ ਪੜ੍ਹੋ ਉੱਤੇ ਕੀ ਲਿਖਿਆ ਹੈ। ਮਹਾਰਾਜ ਸੇਵਾਦਾਰ ਨੂੰ ਕਹਿਣ ਲੱਗੇ, ਕਹਿੰਦੇ ਜੀ ਮੈਂ ਤਾਂ ਅਨਪੜ੍ਹ ਹਾਂ, ਮੈਨੂੰ ਤਾਂ ਪੜ੍ਹਨਾ ਨਹੀਂ ਆਉਂਦਾ। ਉਹ ਕਹਿੰਦਾ ਜੇ ਨਹੀਂ ਪੜ੍ਹਨਾ ਆਉਂਦਾ ਫਿਰ ਗੁਰੂ ਮਹਾਰਾਜ ਦਾ ਹੁਕਮ ਹੈ ਜੇ ਨਹੀਂ ਪੜ੍ਹਨਾ ਆਉਂਦਾ ਕਹਿੰਦੇ ਫਿਰ ਉਹਨੂੰ ਪੜ੍ਹਾ ਕੇ ਸੁਣਾ ਦਿਓ। ਮੈਂ ਦੱਸਦਾ ਭਾਈ। ਫਿਰ ਸੇਵਾਦਾਰ ਪੜ੍ਹ ਕੇ ਸੁਣਾਉਣ ਲੱਗਿਆ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਫਿਰ ਸਾਧ ਸੰਗਤ ਪੜ੍ਹਦੇ ਪੜ੍ਹਦੇ ਅੰਦਰ ਤੱਕ ਗਏ। ਤੀਸਰਾ ਗੇਟ ਹੈ, ਉਧਰ ਸੰਗਤ ਆਈ ਹੈ। ਸਾਧ ਸੰਗਤ ਕਿਉਂ ਇਹ ਚਾਰੇ ਦਿਸ਼ਾਵਾਂ ਵੱਲ ਨੂੰ, ਕਹਿਲੂਰ ਵਾਲੇ ਇਲਾਕੇ ਵੱਲ ਨੂੰ ਜਾਂ ਰੋਪੜ ਵਾਲੇ ਇਲਾਕੇ ਵੱਲ ਨੂੰ ਜਾਂ ਆਪਣੇ ਇਲਾਕੇ ਵੱਲ ਨੂੰ ਆਪਾਂ ਕਹਿ ਦਈਏ ਚਾਰੇ ਦਿਸ਼ਾਵਾਂ ਵੱਲ ਨੂੰ ਚਾਰ ਗੇਟ ਰੱਖੇ ਗਏ ਸੀ ਉਹਦੇ, ਉਹ ਪੰਡਾਲ ਦੇ ਚਾਰੇ ਗੇਟਾਂ ਤੇ ਤੀਸਰਾ ਗੇਟ ਵਾਲਾ ਉਹ ਵੀ ਰੋਕਦਾ, ਉਹ ਵੀ ਪੁੱਛਦਾ ਪਹਿਲਾ ਮਰਨ ਕਬੂਲ ਕਰ ਜੀਵਨ ਕੀ ਛੱਡ ਹਾਸ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਉਹ ਵੀ ਸਿੱਖ ਪੜ੍ਹਦੇ ਗਏ। ਚੌਥੇ ਗੇਟ ਵਾਲਾ ਉਹ ਵੀ ਪੜ੍ਹਦਾ ਗਿਆ। ਉਹਨੇ ਵੀ ਉਹ ਵੀ ਪੜ੍ਹਦਾ ਗਿਆ। ਸਾਧ ਸੰਗਤ ਜਦੋਂ ਸਾਰੇ ਪੜ੍ਹਦੇ ਗਏ, ਸਾਧ ਸੰਗਤ ਵਾਰ-ਵਾਰ ਪੜ੍ਹਦੇ ਜਾਂਦੇ ਨੇ ਸਾਰੇ ਜਾਣੇ ਇੱਕੋ ਸ਼ਬਦ। ਅੱਜ ਪੰਡਾਲ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ, ਨੱਕੋ ਨੱਕ ਭਰਿਆ। ਸੰਗਤਾਂ ਪੰਡਾਲ ਤੋਂ ਬਾਹਰ ਤੱਕ ਬੈਠੀਆਂ ਨੇ। ਕੋਈ 80,000 ਦਾ ਇਕੱਠ ਕਹਿ ਦਿੰਦਾ, ਕੋਈ ਵੱਧ ਕਹਿ ਦਿੰਦਾ। ਸਾਧ ਸੰਗਤ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਿਤੇ ਪੈਰ ਰੱਖਣ ਨੂੰ ਜਗ੍ਹਾ ਨਹੀਂ, ਇੰਨਾ ਗੁਰੂ ਨਾਨਕ ਲੇਵਾ ਸਿੱਖ ਇਕੱਠਾ ਹੋਇਆ। ਅੱਜ ਗੁਰੂ ਮਹਾਰਾਜ ਜੀ ਸਾਧ ਸੰਗਤ ਪਹਿਲਾਂ ਗੁਰੂ ਮਹਾਰਾਜ ਆਉਂਦੇ ਸੀ ਸਟੇਜ ਤੇ, ਕਿਸੇ ਨੂੰ ਨਿਤਨੇਮ ਬਾਰੇ ਕਹਿਣਾ ਵੀ ਭਾਈ ਤੂੰ ਗੁਰਬਾਣੀ ਪੜ੍ਹਿਆ ਕਰ, ਕਿਸੇ ਨੂੰ ਚੰਗੇ ਕਰਮ ਕਰਨ ਵਾਸਤੇ ਕਹਿਣਾ। ਅੱਜ ਸਾਰੇ ਲੋਕਾਂ ਦੀਆਂ ਨਿਗਾਹ ਸਾਹਮਣੇ ਸਟੇਜ ਤੇ ਟਿਕੀਆਂ ਹੋਈਆਂ ਨੇ ਕਿ ਅੱਜ ਪਾਤਸ਼ਾਹ ਜੀ ਨੇ ਖੁਸ਼ੀਆਂ ਵੰਡਣੀਆਂ ਨੇ। ਪਤਾ ਨਹੀਂ ਕੀ ਲੈ ਕੇ ਆਉਣਗੇ ਹੱਥ ਦੇ ਵਿੱਚ। ਕਈ ਤਾਂ ਪਹਿਲਾਂ ਅੱਗੇ ਜਾ ਕੇ ਬੈਠੇ, ਕਹਿੰਦੇ ਕਦੇ ਆਪਾਂ ਰਹਿ ਨਾ ਜਾਈਏ, ਜ਼ਿਆਦਾ ਇਕੱਠ ਹੋ ਜੂ, ਖੁਸ਼ੀਆਂ ਕੋਈ ਹੋਰ ਲੈ ਜਾਵੇ ਕਿਤੇ। ਚਾਵਾਂ ਨਾਲ ਬਹਿ ਗਏ ਅੱਗੇ ਜਾ ਕੇ। ਸਾਧ ਸੰਗਤ ਲੋਕਾਂ ਦੀਆਂ ਨਿਗਾਹ ਸਟੇਜ ਵੱਲ ਟਿਕੀਆਂ ਹੋਈਆਂ ਨੇ, ਕਦੋਂ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਟੇਜ ਤੇ ਆਉਣਗੇ। ਸਾਧ ਸੰਗਤ ਜਦੋਂ ਫਿਰ ਜਕਾਰਿਆਂ ਦੀ ਗੂੰਜ ਖਾਵੀ, ਜਕਾਰੇ ਛੱਡੇ ਗਏ, ਫੇਰ ਦੇਖਿਆ ਬਾਜਾਂ ਵਾਲੇ ਪ੍ਰੀਤਮ ਅੱਜ ਸਟੇਜ ਤੇ ਆਏ ਨੇ, ਹੱਥ ਦੇ ਵਿੱਚ ਨੰਗੀ ਤਲਵਾਰ ਹੈ। ਨੰਗੀ ਤਲਵਾਰ ਹੈ ਗੁਰੂ ਮਹਾਰਾਜ ਦੇ ਹੱਥ ਦੇ ਵਿੱਚ। ਸਾਧ ਸੰਗਤ ਉਸ ਸਮੇਂ ਗੁਰੂ ਮਹਾਰਾਜ ਜੀ ਨੇ ਸਟੇਜ ਤੇ ਆ ਕੇ ਸਭ ਤੋਂ ਪਹਿਲਾਂ ਸੰਗਤਾਂ ਨੂੰ ਇੱਕੋ ਗੱਲ ਕਹਿਣੀ ਕੀਤੀ ਕਿ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਪੰਥ ਖਾਲਸੇ ਦੀ ਸਾਜਨਾ ਹੋਣੀ ਹੈ। ਆ ਜਿਹੜੀ ਮੇਰੇ ਹੱਥ ਦੇ ਵਿੱਚ ਤਲਵਾਰ ਹੈ, ਜਿਹਨੂੰ ਚੰਡੀ ਕਹਿੰਦੇ, ਇਹ ਖੂਨ ਦੀ ਪਿਆਸੀ ਹੈ, ਇਹ ਇੱਕ ਸਿਰ ਮੰਗਦੀ ਹੈ, ਇਹ ਸਿਰ ਮੰਗਦੀ ਹੈ। ਸਾਧ ਸੰਗਤ ਜਦੋਂ ਕਿਹਾ ਨਾ ਇਹ ਸਿਰ ਮੰਗਦੀ ਹੈ, ਕੋਈ ਹੈ ਤੁਹਾਡੇ ਵਿੱਚ ਐਸਾ ਸੂਰਮਾ ਜਿਹੜਾ ਇਹਦੀ ਪਿਆਸ ਨੂੰ ਬੁਝਾ ਦੇਵੇ? ਹੈ ਕੋਈ ਸੂਰਮਾ ਜਿਹੜਾ ਆਪਣਾ ਸਿਰ ਭੇਟ ਕਰ ਸਕੇ? ਸਾਧ ਸੰਗਤ ਜਦੋਂ ਇੰਨੀ ਗੱਲ ਕਹੀ ਨਾ, ਦੁਨੀਆ ਵਿੱਚ ਸਨਾਟਾ ਛਾ ਗਿਆ।
ਚਾਰੇ ਪਾਸੇ ਸਾਰੇ ਲੋਕ ਚੁੱਪ ਹੋ ਗਏ, ਸਾਰੇ ਜਾਣੇ ਚੁੱਪ ਹੋ ਗਏ। ਮਹਾਰਾਜ ਜੀ ਨੇ ਫੇਰ ਦੁਬਾਰੇ ਕੜਕ ਕੇ ਕਿਹਾ ਕਿ ਭਾਈ ਸਾਨੂੰ ਇੱਕ ਸਿਰ ਦੀ ਲੋੜ ਹੈ, ਆ ਮੇਰੀ ਤਲਵਾਰ ਆ, ਮੇਰੇ ਹੱਥ ਚੰਡੀ, ਇਹਦੀ ਪਿਆਸ ਬੁਝਾਉਣੀ ਹੈ ਕੋਈ ਸੂਰਮਾ? ਫੇਰ ਚੁੱਪ ਕਰੇ ਰਹੇ। ਜਦੋਂ ਤੀਸਰੀ ਵਾਰ ਸੀ ਪਾਰੀ, ਫੇਰ ਮਹਾਰਾਜ ਜੀ ਨੇ ਕੜ ਕੇ ਕਹਿਣਾ ਕੀਤਾ, ਉੱਠੋ ਸੂਰਮਾ ਚੜਾਵੋ ਭੇਟਾ ਸੀਸ ਦੀ, ਤੇਗ ਮੇਰੀ ਸਿਰ ਮੰਗਦੀ। ਸੂਰਮਾ ਚੜਾਵੋ ਭੇਟ ਸੀਸ ਦੀ, ਤੇਗ ਮੇਰੀ ਖੂਨ ਮੰਗਦੀ। ਸੂਰਮਾ ਚੜਾਵੋ ਭੇਟਾ ਸੀਸ ਦੀ, ਤੇਗ ਮੇਰੀ ਖੂਨ ਮੰਗਦੀ। ਸੂਰਮਾ ਚੜਾਵੋ ਭੇਟਾ ਸੀਸ ਦੀ, ਤੇਗ ਮੇਰੀ ਖੂਨ ਮੰਗਦੀ। ਤੇਗ ਮੇਰੀ ਜੀ ਖੂਨ ਮੰਗਦੀ, ਤੇਗ ਮੇਰੀ ਜੀ ਖੂਨ ਮੰਗਦੀ। ਮੇਰੀ ਜੀ ਖੂਨ ਮੰਗਦੀ, ਤੇਗ ਮੇਰੀ ਜੀ ਖੂਨ ਮੰਗਦੀ। ਸੂਰਮਾ ਚੜਾਵੋ ਭੇਟਾ ਸੀਸ ਦੀ, ਚੜਾਵੋ ਭੇਟਾ ਸੀਸ ਦੀ, ਤੇਗ ਮੇਰੀ ਖੂਨ ਮੰਗਦੀ। ਤੋ ਸੂਰਮਾ ਚੜਾਵੋ ਭੇਟਾ ਸੀਸ ਦੀ, ਤੇਗ ਮੇਰੀ ਖੂਨ ਮੰਗਦੀ। ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਨੇ ਹੱਥ ਦੇ ਵਿੱਚ ਤੇਗ ਲੈ ਕੇ ਕੜਕਣ ਦੀ ਆਵਾਜ਼ ਦੇ ਵਿੱਚ ਕਿਹਾ ਕਿ ਭਾਈ ਉੱਠੋ, ਕੋਈ ਸੂਰਮਾ ਅੱਜ ਸਿਰ ਦੀ ਲੋੜ ਹੈ। ਆ ਮੇਰੀ ਤੇਗ ਪਿਆਸੀ ਆ ਖੂਨ ਦੀ, ਆ ਚੰਡੀ ਤੇਗ ਪੈਰੀ ਅੱਜ ਖੂਨ ਮੰਗਦੀ ਹੈ। ਸਾਧ ਸੰਗਤ ਜਦੋਂ ਤੀਜੀ ਵਾਰ ਕਿਹਾ, ਫੇਰ ਸਾਧ ਸੰਗਤ ਜੀ ਇੱਕ ਸਿੱਖ ਉੱਠਿਆ, ਇੱਕ ਸਿੱਖ ਉੱਠਿਆ, ਸਿੱਖ ਉੱਠਿਆ, ਗਲ ਦੇ ਵਿੱਚ ਪੱਲਾ ਪਾਇਆ, ਹੱਥ ਜੋੜੇ, ਸਿਰ ਨੀਵਾਂ ਕਰਕੇ ਸਟੇਜ ਵੱਲ ਆਇਆ। ਮਹਾਰਾਜ ਜੀ ਨੇ ਉਹਨੂੰ ਬਾਂਹ ਤੋਂ ਫੜ ਕੇ ਸਟੇਜ ਤੇ ਚੜਾ ਲਿਆ। ਕਹਿਣ ਲੱਗਿਆ, ਮਹਾਰਾਜ ਮੇਰਾ ਸੀਸ ਹਾਜ਼ਰ ਹੈ। ਕਈਆਂ ਨੂੰ ਤਾਂ ਭੁਲੇਖਾ ਸੀ ਕਿ ਮਹਾਰਾਜ ਜੀ ਕਹਿੰਦੇ ਭਾਈ ਮੈਨੂੰ ਸਿਰ ਚਾਹੀਦਾ, ਕੀ ਪਤਾ ਮਹਾਰਾਜ ਜੀ ਦਾ ਸਿਰ ਤਾਂ ਨਹੀਂ ਕੱਟਦੇ ਮਹਾਰਾਜ ਜੀ ਕਿਸੇ ਦਾ, ਇਹ ਤਾਂ ਕੋਈ ਹੋਰ ਖੇਡ ਹੋਣੀ ਹੈ ਮਹਾਰਾਜ ਜੀ ਦੀ। ਸਾਧ ਸੰਗਤ ਹੁਣ ਆਇਆ ਜਿਹੜਾ ਸਟੇਜ ਤੇ ਫੜ ਕੇ ਮਹਾਰਾਜ ਉਹਨੂੰ ਸਟੇਜ ਤੇ ਲੈ ਗਏ। ਕਹਿੰਦੇ ਕੌਣ ਹੈ ਤੂੰ, ਕਿੱਥੋਂ ਆਇਆ ਹੈ? ਕਹਿਣ ਲੱਗਿਆ, ਮਹਾਰਾਜ ਮੇਰਾ ਨਾਮ ਦਇਆ ਰਾਮ ਹੈ, ਮੈਂ ਲਾਹੌਰ ਦਾ ਖੱਤਰੀ ਜਾਤੀ ਦਾ ਹੈ। ਮਹਾਰਾਜ ਜੀ ਕਹਿੰਦੇ ਅੱਛਾ। ਮਹਾਰਾਜ ਜੀ ਨੇ ਉਹਨੂੰ ਕਹਿਣਾ ਕੀਤਾ
ਕਹਿੰਦੇ ਫਿਰ ਇਸ ਤਰ੍ਹਾਂ ਦੱਸ, ਆ ਦੁਨੀਆ ਦੇ ਉੱਤੇ ਇੰਨਾ ਜ਼ੁਲਮ ਹੋ ਰਿਹਾ ਹੈ, ਧੀਆਂ ਭੈਣਾਂ ਦੀ ਪੱਤ ਲੁੱਟੀ ਜਾ ਰਹੀ ਹੈ, ਆ ਧਰਮ ਦੇ ਮੰਦਰ ਢਾਹੇ ਜਾ ਰਹੇ ਨੇ, ਹਿੰਦੂ ਧਰਮ ਨੂੰ ਖਤਰਾ ਹੈ, ਚਾਰੇ ਪਾਸੇ ਹਾਹਾਕਾਰ ਮੱਚੀ ਹੈ, ਤੂੰ ਹੱਥ ਦੇ ਵਿੱਚ ਤਲਵਾਰ ਫੜ ਕੇ ਇਹਨਾਂ ਜ਼ਾਲਮਾਂ ਨਾਲ ਟੱਕਰ ਲਵੇਂਗਾ, ਲੜ ਸਕਦਾ ਹੈ? ਸਿਰ ਮਾਰ ਗਿਆ, ਕਹਿੰਦਾ ਨਾ 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 ਜੀ, ਮੈਂ ਤਾਂ ਖੱਤਰੀ ਜਾਤ ਦਾ ਹੈ। ਕਹਿਣ ਲੱਗਿਆ, ਕਹਿੰਦਾ ਕਾਮ ਹਮਾਰਾ ਤੋਲੇ ਤਕੜੀ, ਨੰਗੀ ਕਰਦ ਕभी नहीं पकड़ी, चिड़ी उड़े डर से मर जाए, मुगलों को कैसे लड़ पाए। महाराज मैं खत्तरी जात दा है, काम हमारा तोला तकड़ी, मेरा तकड़ी तोलन वाला है, सौदे तलो तोलन वाली तकड़ी चलाना है। तुसी मैनू कहने हो भी 3 फुट की तलवार हथ चकनी है। महाराज मैं तो कदे नंगी करद नहीं चक्की हथ दे विच, नंगी करद कभी नहीं पकड़ी, चक तलवार कित्थे फड़ ली महाराज मैं। चिड़ी उड़े डर पे मर जाए, महाराज ये मेरी दुकान दे फर करके चिड़ी उड़ जाए, मेरा दिल घबरा जाता है, आ मुगलों नाल मैं कित्थों लड़ लूँगा। साध संगत महाराज जी कहते कोई गल नहीं, कहते आ जा फिर तैनूं कहते पान चाड़ दिए, आजा तेरा जीवन बदल दिए। आ बुजदल वाला कहर है जिहड़ा तेरा बुजदलों वाला जीवन है, इनू बदल दिए, शेरां वाला जीवन बना दिए तेरा। महाराज जी उन्होंने फड़ के बांह तो तंबू दे विच लै गए पिछले पासे। अंदरों कड़ाक दी आवाज़ आई है, तलवार चली है। महाराज जी ने भाई दया सिंह दा जिहड़ा सिर सी ना धड़ दे नालों लग कर दिता है। हुण खून दे नाल तलवार लिबड़ी हुई है। महाराज जी फड़ के हथ दे विच लिबड़ी तलवार दोबारा फेस स्टेज ते आ गई। हुण जदों देखिया जिहड़े पहलां जिहड़े कहंदे भुलेखा ही आ भी महाराज ने किहड़ा सिर कट्टना है, जदों देखी लहू दे नाल भिजी तलवार महाराज कोले, महाराज जी कहंदे भाई एक सिर होर चाहीदा। हुण कई तां फिर जिहड़े मेरे वर्गे डरपोक बैठे दे पिछे उठ के भज्जण लग पे। साध संग इतिहास दसदा, कहंदे बाले तां कहंदे लोग तंबू टेंट सी जिहड़ा उहनूं पाड़ पाड़ के लिकण लगे, भज्जण लग पे। कई तां सिख माता गुजरी कोल चले गए, कहंदे माता जाके देख गोबिंद राय नूं की हो गया, मैनूं लगदा उहनूं चंडी पुट्ठी पै गई, चंडी प्रसिद्ध करदा सी, कामला हो गया, आपदे सिखां नूं फड़ फड़ वड्ढी जांदा है। माता गुजरी कोल माता गुजरी कहंदी मेरा पुत्र कामला नहीं, सदाई नहीं होया, उन्हें कोई चंडी पुट्ठी नहीं पई, ओदा कोई कौतक है। साध संगत महाराज जी ने दोबारे कहना कीता, कोई उठो सूरमा, एक शीस होर चाहिदा है। साध संगत जदों महाराज ने आवाज़ मारी, फिर केड़ा सिख आया, फिर आया भाई धर्मदास, दिल्ली दे रहन वाला, हस्तनापुर दा वासी, उठ के अगे आया। महाराज मैं माफ़ी चाहुंदा। किहड़ी गल दी? महाराज मैं तुहाडी पहली आवाज़ नाल उठ के नहीं आया, मेरा फर्ज बनदा सी मैं तुहाडी पहली आवाज़ नाल उठ के आउंदा। महाराज जी कहंदे कौन है? कहंदा महाराज मेरा नाम धर्मदास है, मैं दिल्ली दा हस्तनापुर दा वासी है। मैं हस्तनापुर दा वासी हाँ, जट धर्मा मैनू कहंदे ने। कहंदे जट? महाराज जी हाँ जी। महाराज जी कहंदे आ जा फिर तैनूं कहंदे तेरे अंदरों जिहड़ी जट्टां वाली घमेरा वो भी चक दईए, तैनूं आ खत्तरियां ब्राह्मणां दे विच तैनूं नीवियां पाईयां जातां दे विच तैनूं शामिल कर दईए। साध संगत महाराज जी बांह तो फड़ के लै गए, तंबू विच गए, तलवार चली आ, खड़का सुनिया सारियां ने। महाराज भिजी खून दे नाल तलवार लैके तीसरी बारी फिर आए। पहला एक आया, दूजे दी मंग कीता तरस गरीबां बेचारियां ते, चौथा पंजवां फिर हो गया हाजिर, दिते शीस तलवार असारियां ते, पंजे मार के पंजे सरदीत करते, रहत सिखी दी पंजा ककारियां ते, धर्म युद्ध तो मोड़ना मुख नहीं, ताइयों रहिंदियां कीतियां तैयारियां ने, ताइयों फकर नाल कहने खालसा जी दिते सीस तां लईआं सरदारियां ने, एवें नहीं मिलियां सरदारियां। सिर दिते ने महाराज ने, सिर लाए ने, सिर कटाए ने, तां सरदारियां मिलियां ने। असीं हुण आपदे हत्थीं कटाई जांदे सरदारियां नूं।
ਸਾਧ ਸੰਗਤ ਅਸੀਂ ਆਪਣੇ ਆਪ ਖਤਮ ਕਰ ਰਹੇ ਹਾਂ ਆਪਣੀ ਹੋਂਦ ਨੂੰ, ਆਪਣੇ ਪਰਿਵਾਰਾਂ ਨੂੰ। ਬੱਚਿਆਂ ਦੇ ਸਿਰਾਂ ਤੋਂ ਕੇਸ ਕੱਟ ਕੇ ਮਹਾਰਾਜ ਜੀ ਨੇ ਤਾਂ ਇਸ ਪਹਿਲਾਂ ਸਿਰ ਦਿੱਤੇ ਨੇ ਤਾਂ ਸਿੱਖੀ ਮਿਲੀ ਹੈ। ਹੁਣ ਕਹਿੰਦੇ ਮੈਂ ਤਾਂ ਸਿੱਖ ਹੈ ਗੁਰੂ ਨਾਨਕ ਦੇਵ ਦਾ। ਉਹ ਭਾਈ ਪਹਿਲਾਂ ਆਹ ਟੋਪੀਆਂ ਜਿਹੜੀਆਂ ਲਾਈ ਫਿਰਦੀਆਂ, ਕੰਨਾਂ 'ਚ ਮੁੰਦਰੀਆਂ ਪਾਈਆਂ ਫਿਰਦੀਆਂ, ਪਹਿਲਾਂ ਇਹ ਛੱਡੋ ਫੇਰ ਸਿੱਖ ਕਹਾਇਓ। ਮਹਾਰਾਜ ਜੀ ਨੇ ਸਾਡੇ ਹੱਥਾਂ 'ਚ ਤਲਵਾਰਾਂ ਫੜਾਈਆਂ ਨੇ, ਤਲਵਾਰਾਂ ਫੜਾਈਆਂ ਨੇ ਮਹਾਰਾਜ ਨੇ ਸਾਡੇ ਹੱਥ ਵਿੱਚ। ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਤੀਸਰੀ ਵਾਰੀ ਉਹਦਾ ਸਿਰ ਝਟਕ ਕੇ ਮਹਾਰਾਜ ਜੀ ਤੋਂ ਬਾਹਰ ਆਏ, ਫੇਰ ਆਵਾਜ਼ ਮਾਰੀ, ਭਾਈ ਇੱਕ ਹੋਰ ਸੀਸ ਦੀ ਲੋੜ ਹੈ। ਹੁਣ ਜਦੋਂ ਦੇਖਿਆ ਵੀ ਦੋ ਜਾਣੇ ਤਾਂ ਵੱਢਤੇ ਮਹਾਰਾਜ ਜੀ ਨੇ, ਇੱਕ ਡਰਨ ਲੱਗ ਪਏ ਸਾਰੇ ਸਾਧ ਸੰਗਤ। ਫਿਰ ਤੀਸਰਾ ਭਾਈ ਹਿੰਮਤ ਸਿੰਘ, ਹਿੰਮਤ ਰਾਏ ਜੀ ਫਿਰ ਉੱਠ ਕੇ ਆਏ। ਹਿੰਮਤ ਰਾਏ ਜੀ ਜਗਨਨਾਥਪੁਰੀ ਤੋਂ ਆਇਆ ਹੈ। ਆ ਜਦੋਂ ਆਪਾਂ ਹਜ਼ੂਰ ਸਾਹਿਬ ਨੂੰ ਜਾਂਦੇ ਹਾਂ ਉੱਥੇ ਰਸਤੇ 'ਚ ਦੇਖਦੇ ਹਾਂ ਨਾ, ਜਦੋਂ ਆਪਾਂ ਅੱਗੇ ਜਾਂਦੇ ਹਾਂ ਹਜ਼ੂਰ ਸਾਹਿਬ ਤੋਂ ਨਾਨਕ ਝੀਰੇ, ਰਸਤੇ ਦਾ ਸਥਾਨ ਬਣਿਆ ਇਹਨਾਂ ਦਾ ਪਿੰਡ ਆ ਉੱਥੇ ਦਾ। ਸਾਧ ਸੰਗਤ ਉੱਥੇ ਸਥਾਨ ਬਣਿਆ ਇਹਨਾਂ ਦੇ ਨਗਰ ਦੇ ਵਿੱਚ। ਹੁਣ ਉੱਥੇ ਜਦੋਂ ਨਾਨਕ ਝੀਰੇ ਨੂੰ ਜਾਂਦੇ ਹਾਂ ਹਜ਼ੂਰ ਸਾਹਿਬ ਤੋਂ ਨਾ ਗੱਡੀਆਂ ਲੈ ਕੇ, ਉੱਥੇ ਰਸਤੇ 'ਚ ਚਾਹ ਪਾਣੀ ਦਾ ਪ੍ਰਬੰਧ ਹੁੰਦਾ ਉਸ ਜਗ੍ਹਾ 'ਤੇ। ਸਾਧ ਸੰਗਤ ਭਾਈ ਹਿੰਮਤ ਰਾਏ ਨੂੰ ਮਹਾਰਾਜ ਲੈ ਗਏ ਤੰਬੂ ਦੇ ਵਿੱਚ, ਉੜੀਸਾ ਵਾਲੇ ਨੂੰ। ਫਿਰ ਉਹਦਾ ਵੀ ਸਿਰ ਸੀ ਉਹ ਧੜ ਦੇ ਨਾਲੋਂ ਅਲੱਗ ਕੀਤਾ। ਚੌਥੀ ਵਾਰ ਸਟੇਜ 'ਤੇ ਆਏ ਮਹਾਰਾਜ ਜੀ, ਚੌਥੀ ਵਾਰ ਸਟੇਜ 'ਤੇ ਆਏ, ਹੱਥ ਵਿੱਚ ਤਲਵਾਰ ਲਈ ਆ, ਖੂਨ ਦੇ ਨਾਲ ਲਿਬੜੀ। ਮਹਾਰਾਜ ਜੀ ਨੇ ਆਵਾਜ਼ ਮਾਰੀ ਕਿ ਭਾਈ ਇੱਕ ਸਿਰ ਦੀ ਹੋਰ ਲੋੜ ਹੈ। ਹੁਣ ਚੌਥੇ ਜਗ੍ਹਾ 'ਤੇ ਫਿਰ ਆਏ ਭਾਈ ਸਾਹਿਬ, ਭਾਈ ਮੋਹਕਮ ਚੰਦ। ਭਾਈ ਮੋਹਕਮ ਚੰਦ ਜੀ ਜੋ ਦਵਾਰਕਾ ਗੁਜਰਾਤ ਦੇ ਰਹਿਣ ਵਾਲੇ ਨੇ, ਧੋਬੀਆ ਜਾਤ ਜੀ ਦੀ, ਗਲ 'ਚ ਪੱਲਾ ਪਾ ਕੇ ਆ ਗਏ ਆ। ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਕੀ ਗੱਲ? ਮਹਾਰਾਜ ਮੇਰੀ ਜਾਤ ਧੋਬੀ ਆ, ਜਦੋਂ ਮੈਂ ਲੋਕਾਂ ਦੇ ਘਰਾਂ 'ਚ ਜਾਂਦਾ ਹੈ, ਨਾਲੇ ਤਾਂ ਉਹਨਾਂ ਦੇ ਕੱਪੜੇ ਧੋਣੇ ਪੈਂਦੇ ਨੇ ਸਾਨੂੰ, ਨਾਲੇ ਜਦੋਂ ਮਿਹਨਤ ਮਜ਼ਦੂਰੀ ਮਾਣਦੇ ਆ ਲੋਕ ਧੱਕੇ ਮਾਰਦੇ ਨੇ, ਸਾਨੂੰ ਘਰਾਂ 'ਚ ਵੀ ਨਹੀਂ ਵੜਨ ਦਿੰਦੇ, ਸਾਤੋਂ ਨਫ਼ਰਤ ਕਰਦੇ ਨੇ। ਮਹਾਰਾਜ ਹੁਣ ਮੈਂ ਤੇਰੇ ਦਰ 'ਤੇ ਆਏ ਹਾਂ, ਕਿਰਪਾ ਕਰ ਦੇ। ਹੁਣ ਕਿਰਪਾ ਕਰਕੇ ਤੂੰ ਮੈਨੂੰ ਚਰਨਾਂ ਨਾਲ ਜੋੜ ਲਾ। ਆ ਦੁਨੀਆ ਦੇ ਦਰ 'ਤੇ ਜਾਵਾਂਗੇ, ਹੁਣ ਦੇਖ ਲਿਓ, ਲੋਕਾਂ ਕੋਲੇ ਜਾ ਕੇ ਮੰਗ ਲਿਓ ਕੁਝ, ਧੱਕੇ ਹੀ ਮਾਰਨਗੇ, ਕਹੇ ਗਾਹਾਂ ਚੱਲ, ਤੈਂ ਕਿਹੜਾ ਕੁਝ ਮੋੜਨਾ। ਆ ਬਾਬੇ ਨਾਨਕ ਦੇ ਦਰ 'ਤੇ ਰੋਜ਼ ਆ ਕੇ ਅਰਦਾਸ ਕਰਕੇ ਮੰਗ ਲਿਆ ਕਰੋ, ਤੁਹਾਨੂੰ ਦਿਖਾਲੀ ਨਹੀਂ ਮੋੜਦਾ, ਧੱਕੇ ਨਹੀਂ ਮਾਰਦਾ, ਪਿਆਰ ਮਿਲੂਗਾ ਇੱਥੋਂ ਬਾਬੇ ਨਾਨਕ ਦੇ ਦਰ ਤੋਂ। ਓ ਮੈਨੂੰ ਤੂੰ ਨਾ ਵਿਸਾਰੀ ਸੱਚੇ ਪਾਤਸ਼ਾਹ, ਲੋਕੀ ਮੈਨੂੰ ਧੱਕੇ ਮਾਰਦੇ। ਤੂੰ ਨਾ ਵਿਸਾਰੀ ਸੱਚੇ ਪਾਤਸ਼ਾਹ, ਲੋਕੀ ਮੈਨੂੰ ਧੱਕੇ ਮਾਰਦੇ। ਸਾਰੀ ਸੱਚੇ ਪਾਤਸ਼ਾਹ, ਲੋਕੀ ਮੈਨੂੰ ਧੱਕੇ ਮਾਰਦੇ। ਤੂੰ ਨਾ ਬਸਾਰੀ ਸੱਚੇ ਪਾਤਸ਼ਾਹ, ਲੋਕੀ ਮੈਨੂੰ ਧੱਕੇ ਮਾਰਦੇ। ਮੈਨੂੰ ਜੀ ਧੱਕੇ ਮਾਰਦੇ, ਲੋਕੀ ਮੈਨੂੰ ਜੀ ਧੱਕੇ ਮਾਰਦੇ।
ਧੱਕੇ ਮਾਰਦੇ ਲੋਕੀ ਮੈਨੂੰ ਜੀ ਧੱਕੇ ਮਾਰਦੇ। ਸਾਰੀ ਸੱਚੇ ਪਾਤਸ਼ਾਹ ਲੋਕੀ ਮੈਨੂੰ ਧੱਕੇ ਮਾਰਦੇ। ਤੂੰ ਨਾ ਬਸਾਰੀ ਸੱਚੇ ਪਾਤਸ਼ਾਹ ਲੋਕੀ ਮੈਨੂੰ ਧੱਕੇ ਮਾਰਦੇ। ਸਾਧ ਸੰਗਤ ਜੀ ਗੁਰੂ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ ਜੀ ਨੇ ਸਾਧ ਸੰਗਤ ਉਹਨੂੰ ਫੜ ਕੇ ਬਾਂਹ ਤੋਂ ਤੰਬੂ ਵਿੱਚ ਲੈ ਗਏ। ਉਸੇ ਤਰ੍ਹਾਂ ਖੜਾਕ ਹੋਈ ਆ, ਖੂਨ ਦੀਆਂ ਧਾਰਾਂ ਚੱਲੀਆਂ। ਮਹਾਰਾਜ ਜੀ ਫੇਰ ਦੁਬਾਰਾ ਮੁੜ ਕੇ ਸਾਧ ਸੰਗਤ ਸਟੇਜ 'ਤੇ ਆਏ। ਹੁਣ ਫੇਰ ਆਵਾਜ਼ ਮਾਰੀ ਹੈ। ਬਹੁਤੇ ਡਰਪੋਕ ਸਿੱਖ ਉੱਠ ਕੇ ਚਲੇ ਗਏ, ਪਰ ਅੱਜ ਉਹਨਾਂ ਦੇ ਵਿੱਚੋਂ ਗੁਰੂ ਦਾ ਪਿਆਰਾ ਸਿੱਖ ਭਾਈ ਸਾਹਿਬ ਚੰਦ ਉੱਠਿਆ। ਕਰਨਾਟਕਾ ਦਾ ਰਹਿਣ ਵਾਲਾ ਹੈ। ਮਹਾਰਾਜ ਜੀ ਕਹਿੰਦੇ ਕੌਣ ਹੈ? ਕਹਿੰਦਾ ਸਾਹਿਬ ਚੰਦ ਨਾਮ ਹੈ ਮਹਾਰਾਜ ਮੇਰਾ। ਕਰਨਾਟਕਾ ਦਾ ਰਹਿਣ ਵਾਲਾ, ਨਾਈ ਜਾਤੀ ਨਾਲ ਸੰਬੰਧ ਹੈ। ਮਹਾਰਾਜ ਜੀ ਕਹਿੰਦੇ ਫਿਰ ਤੈਨੂੰ ਪਤਾ ਹੈ ਤੇ ਤੋਂ ਪਹਿਲਾਂ 4 ਸਿੱਖ ਆਏ, ਉਹਨਾਂ ਦੇ ਸਿਰ ਧੜਦਾ ਨਾਲੋਂ ਅਲੱਗ ਕਰ ਦਿੱਤੇ। ਕਹਿੰਦਾ ਮਹਾਰਾਜ ਜਦ ਤੋਂ ਤੇਰੇ ਦਰ ਤੇ ਆ ਗਿਆ, ਜਦ ਤੋਂ ਤੇਰੇ ਦਰ ਤੇ ਆ ਕੇ ਆਪਣਾ ਸਿਰ ਝੁਕਾ ਦਿੱਤਾ ਹੈ, ਇਹ ਸਿਰ ਤਾਂ ਉਸੇ ਸਮੇਂ ਤੋਂ ਤੇਰਾ ਹੈ, ਭਾਵੇਂ ਰੱਖ ਭਾਵੇਂ ਵੱਢ। ਇਹ ਤਾਂ ਤੇਰੀ ਖੁਸ਼ੀ ਹੈ। ਮਹਾਰਾਜ ਤੇਰੇ ਦਰ ਤੇ ਆ ਗਿਆ, ਹੁਣ ਮੈਂ ਤੇਰਾ ਹੋ ਚੁੱਕਿਆ। ਮਹਾਰਾਜ ਜੀ ਉਹਨੂੰ ਫੜ ਕੇ ਤੰਬੂ ਦੇ ਵਿੱਚ ਲੈ ਗਏ। ਸਾਧ ਸੰਗਤ ਹੁਣ ਤਲਵਾਰ ਚੱਲੀ, ਖੂਨ ਦੀਆਂ ਧਾਰਾਂ ਪਈਆਂ, ਬਾਹਰ ਰੌਲਾ ਪੈ ਗਿਆ। ਪਰ ਉਹਨਾਂ ਸੰਗਤਾਂ ਦੇ ਵਿੱਚ ਉਹ ਗੁਰੂ ਤੇ ਵਿਸ਼ਵਾਸ ਰੱਖਣ ਵਾਲੇ ਗੁਰੂ ਦੇ ਸਿੱਖ ਵੀ ਬੈਠੇ ਨੇ। ਸਭ ਦੇਖਦੇ ਨੇ, ਕਹਿੰਦੇ ਗੁਰੂ ਦਾ ਕੋਈ ਕੌਤਕ ਹੈ। ਸਾਰੇ ਸਟੇਜ ਵੱਲ ਦੇਖਦੇ ਨੇ। ਸਾਧ ਸੰਗਤ ਫਿਰ ਇੰਨਾ ਚਿਰ ਨੂੰ ਗੁਰੂ ਮਹਾਰਾਜ ਜੀ ਹੱਥ ਵਿੱਚ ਕਿਰਪਾਨ ਫੜੀ ਹੋਈ ਆ, ਸਟੇਜ 'ਤੇ ਆਏ। ਅੱਗੇ ਅੱਗੇ ਮਹਾਰਾਜ ਜੀ ਹੈ, ਪਿੱਛੇ ਪੰਜੇ ਪਿਆਰੇ, ਜਿਹਦੇ ਵਿੱਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਚੰਦ ਜੀ ਨੂੰ ਕਿਹਾ ਸੀ। ਸਾਧ ਸੰਗਤ ਮਹਾਰਾਜ ਜੀ ਨੇ ਕੱਲੇ ਕੱਲੇ ਸਿੱਖ ਨੂੰ ਉਹਨਾਂ ਸਮਿਆਂ ਦੇ 1.25 ਲੱਖ ਦਾ ਚੋਲਾ ਪਹਿਨਾਇਆ ਸੀ ਮਹਾਰਾਜ ਜੀ ਨੇ ਉਹਨਾਂ ਸਮਿਆਂ ਦੇ ਵਿੱਚ। ਹੁਣ ਸਿਰਾਂ 'ਤੇ ਦਸਤਾਰਾਂ ਬੰਨੀਆਂ ਪਈਆਂ ਨੇ। ਹੁਣ ਲੋਕ ਦੇਖਦੇ ਨੇ, ਕਹਿੰਦੇ ਇਹ ਤਾਂ ਸਾਰੇ ਜਾਣੇ ਗੁਰੂ ਮਹਾਰਾਜ ਜੀ ਨੇ ਮਾਰਤੇ ਸੀ, ਵੱਢਤੇ ਸੀ, ਦੁਬਾਰੇ ਕਿਵੇਂ ਜਿਉਂਦੇ ਹੋ ਗਏ? ਇਹ ਗੁਰੂ ਦੇ ਵਿੱਚ ਪਾਵਰ ਹੈ। ਸਤਿਗੁਰ ਮੇਰਾ ਮਾਰ ਜਵਾਲਾ। ਲੋਕ ਬੜੇ ਸਾਧ ਸੰਗਤ ਇਹਨਾਂ ਗੱਲਾਂ 'ਤੇ ਤਰਕ ਕਰਦੇ ਨੇ। ਭਗਤ ਨਾਮਦੇਵ ਦੀ ਰੱਖਿਆ ਕਰਨ ਵਾਸਤੇ ਮੋਈ ਗਊ ਨੂੰ ਮਹਾਰਾਜ ਨੇ ਜਿਉਂਦੀ ਕਰ ਦਿੱਤਾ। ਕਿੱਥੇ ਕਿੱਥੇ ਮਹਾਰਾਜ ਜੀ ਨੇ ਕਿੱਥੇ ਨਹੀਂ ਸਹਾਇਤਾ ਕੀਤੀ। ਇਸੇ ਕਰਕੇ ਬਾਰ-ਬਾਰ ਜਗ੍ਹਾ ਗੁਰਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਸਤਿਗੁਰ ਮੇਰਾ ਮਾਰ ਜਵਾਲਾ। ਬਾਬਾ ਜੀ ਨੂੰ ਪੁੱਛ ਲਓ, ਬਾਹਰਲਾ ਸਪੀਕਰ ਲਾ ਲਿਆ ਥੋੜਾ ਚੱਕ ਚੱਲਦੇ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ। ਕਹਿੰਦੇ ਭਾਈ ਇਹ ਮੇਰੇ 5 ਪਿਆਰੇ ਨੇ। ਸਾਰੇ ਦੇਖ ਕੇ ਹੈਰਾਨ ਰਹਿ ਗਏ। ਜਿਹੜੇ ਡਰਪੋਕ ਸੀ ਹੁਣ ਹਰ ਇੱਕ ਸੋਚਦਾ ਹੈ ਉਹ ਮਨਾ ਪਹਿਲਾਂ ਤੂੰ ਹੀ ਉੱਠ ਖੜਦਾ, ਮਹਾਰਾਜ ਜੀ ਨੇ ਕਿਹੜਾ ਮਾਰਿਆ, ਪਤਾ ਉਹੀ ਡਰ ਗਏ। ਮਹਾਰਾਜ ਤਾਂ ਨੂੰ ਦੇਖੋ ਕਿੰਨਾ ਨੂਰ ਆ ਚਿਹਰੇ 'ਤੇ। ਦੇਖੋ ਮਹਾਰਾਜ ਜੀ ਪਤਾ ਨਹੀਂ ਕੀ ਛਕਾ ਕੇ ਲਿਆਏ ਨੇ, ਚਿਹਰੇ ਲਸਕਾ ਮਾਰਦੇ ਨੇ ਇਹਨਾਂ ਦੇ। ਮਹਾਰਾਜ ਜੀ ਨੇ ਫਿਰ ਸਰਬ ਲੋਹ ਦਾ ਖੰਡਾ ਬਾਟਾ ਮੰਗਾਇਆ ਗਿਆ। ਸੁਣ, ਸਰਬ ਲੋਹ ਦਾ ਖੰਡਾ ਬਾਟਾ ਮੰਗਾਇਆ ਗਿਆ।
ਉਹਦੇ ਵਿੱਚ ਪਾਣੀ ਪਾਇਆ ਗਿਆ। ਸਾਧ ਸੰਗ ਬਾਟੇ ਵਿੱਚ ਪਾਣੀ ਪਾ ਕੇ ਮਹਾਰਾਜ ਜੀ ਨੇ ਹੱਥ ਵਿੱਚ ਖੰਡਾ ਫੜਿਆ। ਖੰਡਾ ਫੜ ਕੇ ਫਿਰ ਮਹਾਰਾਜ ਜੀ ਬਾਣੀਆਂ ਉਚਾਰਨ ਲੱਗੇ। ਕਿਹੜੀਆਂ ਬਾਣੀਆਂ? ਜਿਹੜੀਆਂ ਹੁਣ ਆਪਾਂ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਪੜ੍ਹਦੇ ਹਾਂ। ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਅਤੇ ਆਨੰਦ ਸਾਹਿਬ, 5 ਬਾਣੀਆਂ ਦਾ ਜਾਪ ਕੀਤਾ। ਜਦੋਂ ਕਹਿੰਦੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋ ਗਿਆ ਨਾ, ਅਜੇ ਸੁਕਾਉਣ ਲੱਗੇ ਸੀ, ਤਿਆਰੀ ਹੋ ਰਹੀ ਸੀ, ਕਹਿੰਦੇ ਉਸ ਸਮੇਂ ਫਿਰ ਇੱਕ ਚਿੜੀ ਆਈ। ਉਹਨੇ ਆ ਕੇ ਉਹ ਬਾਟੇ ਦੇ ਵਿੱਚੋਂ ਇੱਕ ਅੰਮ੍ਰਿਤ ਦੀ ਬੂੰਦ ਮੂੰਹ ਦੇ ਵਿੱਚ ਪਾ ਲਈ। ਉਹਦੇ ਵਿੱਚ ਇੰਨਾ ਜੋਸ਼ ਆ ਗਿਆ, ਉਹਨੇ ਕੋਲ ਬੈਠੇ ਬਾਜ ਨੂੰ ਢਾ ਲਿਆ। ਸਾਧ ਸੰਗਤ ਕਹਿੰਦੇ ਬਾਜ ਨੂੰ ਢਾਇਆ। ਸੰਗਤਾਂ ਕਹਿਣ ਲੱਗੀਆਂ ਕਿ ਮਹਾਰਾਜ ਜਿਹੜਾ ਅੰਮ੍ਰਿਤ ਤਿਆਰ ਕੀਤਾ ਮਹਾਰਾਜ ਜੀ ਨੇ, ਹਾਬੇ ਆਤ ਕਹਿੰਦੇ ਨੇ ਜਿਹਨੂੰ, ਇਹ ਤਾਂ ਬੜਾ ਇਹਦੇ ਵਿੱਚ ਜੋਸ਼ ਹੈ। ਆ ਚਿੜੀ ਨੇ 2 ਘੁੱਟਾਂ ਪੀਤੀਆਂ ਨੇ, 1 ਬੂੰਦ ਪੀਤੀ ਹੈ, ਇਹਨੇ ਬਾਜ ਨੂੰ ਢਾ ਲਿਆ, ਕਿੰਨਾ ਜੋਸ਼ ਆ ਗਿਆ। ਜੇ ਸਿੱਖਾਂ ਨੇ ਛਕ ਲਿਆ, ਇਹ ਨਹੀਂ ਪਤਾ ਸਿੱਖ ਨੂੰ ਢਾਈ ਜਾਵੇ। ਮਾਤਾ ਜੀ ਨੂੰ ਬੇਨਤੀ ਕੀਤੀ। ਹੁਣ ਮਾਤਾ ਜੀ ਨੂੰ ਕਹਿਣ ਲੱਗੇ, ਮਾਤਾ ਜੀ ਅੰਮ੍ਰਿਤ ਦੇ ਵਿੱਚ ਮਿਠਾਸ ਪਾ ਦਿਓ। ਫਿਰ ਮਾਤਾ ਜੀ ਨੇ ਆਪਣੇ ਜਿਹੜਾ ਗਲ ਦੇ ਵਿੱਚ ਪੱਲਾ ਪਾਇਆ। ਸਾਧ ਸੰਗਤ ਕਈ ਲੋਕ ਕਹਿੰਦੇ ਨੇ ਵੀ ਮਾਤਾ ਜੀ ਨੇ ਜਿਹੜਾ ਆਪਣਾ ਪੱਲਾ ਸੀ ਉਹਦੇ ਵਿੱਚ ਪਤਾਸੇ ਪਾ ਕੇ ਲੈ ਕੇ, ਜਿਹੜਾ ਗਲ 'ਚ ਪੱਲੂ ਪਾਇਆ ਰੇਸ਼ਮੀ ਕੱਪੜਾ, ਉਹਦੇ ਵਿੱਚ ਪਤਾਸੇ ਲਪੇਟ ਕੇ ਲਿਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੋਲ ਖੰਡਾ ਫੇਰ ਰਹੇ ਸੀ। ਉਹਨਾਂ ਦੇ ਕੋਲ ਖੜੀ ਗੁਰੂ ਮਹਾਰਾਜ ਨੇ ਉੱਪਰ ਨਜ਼ਰਾਂ ਮਾਰੀਆਂ। ਮਹਾਰਾਜ ਜੀ ਸਮਝ ਕੇ ਕਿ ਮਾਤਾ ਪਤਾਸੇ ਲੈ ਕੇ ਆਈ ਹੈ ਝੋਲੀ ਦੇ ਵਿੱਚ। ਫਿਰ ਮਾਤਾ ਨੇ ਪਤਾਸੇ ਪਾ ਦਿੱਤੇ। ਸਾਧ ਸੰਗਤ ਹੁਣ ਜਦੋਂ ਫਿਰ ਪਤਾਸੇ ਪਾਏ, ਉਹ ਅੰਮ੍ਰਿਤ ਦੇ ਵਿੱਚ ਮਿਠਾਸ ਬਣ ਗਈ। ਜਦੋਂ ਅੰਮ੍ਰਿਤ ਛਕਾਉਂਦੇ ਆ ਉਹਦੇ ਵਿੱਚ ਪਤਾਸੇ ਘੋਲੇ ਜਾਂਦੇ ਨੇ। ਇਹ ਮਰਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਰੀ ਹੋਈ ਹੈ। 5 ਬਾਣੀਆਂ ਦਾ ਪਾਠ ਕਰਨਾ। 5 ਸਿੰਘ ਸਾਹਿਬਾਨ ਜਿਹੜੇ 5 ਪਿਆਰੇ ਨੇ ਬਹਿੰਦੇ ਨੇ, ਉਹ ਬਾਟੇ ਨੂੰ ਹੱਥ ਲਾ ਕੇ ਰੱਖਦੇ ਨੇ, ਵੀਰ ਆਸਣ ਲਾ ਕੇ ਬਹਿੰਦੇ ਨੇ, ਇੱਕ ਗੋਡਾ ਖੜਾ, ਇੱਕ ਮੂਧਾ ਮਾਰ ਕੇ, ਇੱਕ ਬਾਣੀ ਪੜ੍ਹਦਾ ਹੈ ਅਤੇ ਨਾਲ ਉਹ ਖੰਡੇ ਵਿੱਚ ਬਾਟੇ ਵਿੱਚ ਖੰਡੇ ਨੂੰ ਘੁਮਾਉਂਦਾ ਹੈ। ਉਹਦੇ ਵਿੱਚ ਨਾਲ ਦੀ ਨਾਲ ਬਾਕੀ ਜਿਹੜੇ ਸਿੱਖ ਨੇ ਉਹ ਨੀਵੀਂ ਪਾ ਕੇ ਵਾਹਿਗੁਰੂ ਦਾ ਜਾਪ ਕਰਦੇ ਨੇ। 5 ਬਾਣੀਆਂ ਬਾਰੋ ਬਾਰੀ 5 ਪਿਆਰੇ ਪੜ੍ਹਦੇ ਨੇ। ਬਾਣੀਆਂ ਪੜ੍ਹੀਆਂ ਗਈਆਂ, ਅੰਮ੍ਰਿਤ ਤਿਆਰ ਹੋ ਗਿਆ। ਮਹਾਰਾਜ ਜੀ ਨੇ ਫਿਰ ਉਹਦੇ ਵਿੱਚੋਂ 5 ਚੂਲੇ ਕੱਲੇ ਕੱਲੇ ਨੂੰ ਸੁਕਾਏ। 5 ਚੂਲੇ ਮੁੱਖ 'ਚ ਪਾਏ, 5 ਚੂਲੇ ਸਿਰ 'ਚ ਪਾਏ ਜਾਂਦੇ ਨੇ। ਜਦੋਂ ਅੰਮ੍ਰਿਤ ਛਕਾਉਣਾ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਪਤਾ ਹੈ, ਜਦੋਂ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ, 5 ਪੂਲੇ ਭਰ ਕੇ ਪਾਉਂਦੇ ਨੇ। ਇੱਕ ਚੂਲਾ ਬੁੱਕ ਦੇ ਵਿੱਚ ਪਾ ਕੇ ਕਹਿੰਦੇ ਨੇ, ਕਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਦੂਸਰਾ ਚੂਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਨਾਲੇ ਫਤਿਹ ਬੁਲਾਉਂਦਾ ਹੈ, ਨਾਲੇ 5 ਚੂਲੇ ਛਕਦਾ। ਫਿਰ 5 ਚੂਲੇ ਭਰ ਕੇ ਸਿਰ 'ਚ ਪਾਏ ਜਾਂਦੇ ਨੇ। ਜਦੋਂ ਚੂਲਾ ਪਾਏ ਜਾਂਦਾ ਸਿਰ 'ਚ, ਫਿਰ ਕਹਿੰਦਾ, ਕਹਿ ਸਿੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਵਾਰੀ ਫਤਿਹ ਬੁਲਾਈ ਜਾਂਦੀ ਹੈ। ਫਿਰ 5 ਵਾਰੀ ਬਾਟੇ ਵਿੱਚੋਂ ਅੰਮ੍ਰਿਤ ਦੇ ਸਿੱਟੇ ਅੱਖਾਂ 'ਚ ਮਾਰੇ ਜਾਂਦੇ ਨੇ। ਸਿੱਖਾ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਹੁਣ ਅੰਮ੍ਰਿਤ ਛਕਾਇਆ ਗਿਆ, 5 ਨੂੰ ਸਿੰਘ ਸਜਾ ਦਿੱਤਾ। ਮਹਾਰਾਜ ਜੀ ਨੇ ਭਾਈ ਦਇਆ ਰਾਮ ਦਾ ਨਾਮ ਬਦਲ ਕੇ ਦਇਆ ਸਿੰਘ ਰੱਖ ਦਿੱਤਾ। ਭਾਈ ਧਰਮ ਚੰਦ ਦਾ ਨਾਮ ਲਿਖ ਕੇ ਭਾਈ ਧਰਮ ਸਿੰਘ ਰੱਖ ਦਿੱਤਾ। ਭਾਈ ਹਿੰਮਤ ਰਾਜ ਦਾ ਨਾਮ ਰੱਖ ਦਿੱਤਾ ਹਿੰਮਤ ਸਿੰਘ। ਭਾਈ ਮੋਹਕਮ ਚੰਦ ਦਾ ਨਾਮ ਭਾਈ ਮੋਹਕਮ ਸਿੰਘ ਰੱਖ ਦਿੱਤਾ, ਸਿੰਘ ਨਾਮ ਲਗਾ ਦਿੱਤਾ। ਭਾਈ ਸਾਹਿਬ ਰਾਜ ਦਾ ਨਾਮ ਭਾਈ ਸਾਹਿਬ ਸਿੰਘ ਬਣਾ ਦਿੱਤਾ। 5 ਨੂੰ ਅੰਮ੍ਰਿਤ ਛਕਾਇਆ, ਸਿੰਘ ਸਜਾ ਦਿੱਤੇ। ਸਾਧ ਸੰਗਤ ਜਦੋਂ ਸਾਰਿਆਂ ਨੂੰ ਸਿੰਘ ਸਜਾਇਆ, ਹੁਣ ਮਹਾਰਾਜ ਜੀ ਨੇ ਦਇਆ ਰਾਮ ਨੂੰ ਕੋਲ ਬੁਲਾ ਕੇ ਬੁਲਾਇਆ। ਦਇਆ ਰਾਮ, ਦਇਆ ਸਿੰਘ, ਤੂੰ ਅੰਮ੍ਰਿਤ ਛਕਣ ਤੋਂ ਪਹਿਲਾਂ ਕਹਿੰਦਾ ਸੀ ਕਾਮ ਹਮਾਰਾ ਤੋਲੇ ਤੱਕੜੀ, ਨੰਗੀ ਕਰਦ ਕਬੀ ਨਹੀਂ ਪਕੜੀ। ਤੂੰ ਤਾਂ ਕਹਿੰਦਾ ਸੀ ਮੈਂ ਲੜ ਨਹੀਂ ਸਕਦਾ। ਹੁਣ ਦੱਸ ਮੁਗਲਾਂ ਦਾ ਮੁਕਾਬਲਾ ਕਰੇਗਾ? ਸਾਧ ਸੰਗ ਅੰਮ੍ਰਿਤ ਛਕ ਲਿਆ, ਜੋਸ਼ ਆ ਗਿਆ। ਜਿਹੜਾ ਕਹਿੰਦਾ ਸੀ ਮੈਂ ਨੰਗੀ ਕਿਰਪਾਨ ਨਹੀਂ ਪਕੜੀ, ਚਿੜੀ ਉੜਦੀ ਆ ਜਦ ਡਰ ਜਾਂਦਾ ਮੈਂ ਤਾਂ, ਅੱਜ ਉਹ ਕਹਿ ਰਿਹਾ, ਕਹਿੰਦਾ ਇੱਕ ਕੋ ਧਰ ਲੂੰਗਾ ਸ਼ਮਸ਼ੀਰ ਕੇ ਆਗੇ, रख दूंगा सीना चीर के आगे, आ दुनिया झुकती है तकदीर के आगे, आ तकदीर भी झुकेगी मेरी शमशीर के आगे। बे
आ दो धारा खंडा जो बेअर्थ पड़ा था, उतर जाएगा सब जंग जो इस पे पड़ा था। महाराज एक बारी हुक्म करो, आग्ञा करो, एक नहीं लखां दा ला जाण मुगलों के सब दा टाकरा करन नूं कल्ला तैयार है। अज महाराज जी ने कहना कीता सी ना, 1.25 लाख से एक लड़ाऊं तवै गोविंद सिंह नाम कहाऊं। अज खंडे बाटे का अमृत छक के 1.25 लाख के नाल लड़न वास्ते तैयार हो गया, जिहदी मिसाल गुरु महाराज ने चमकौर की गढ़ी दे विच 1.25 लाख के मुगलों के नाल कल्ले कल्ले सिंह नूं लड़ाया। 10 लाख फौज का मुकाबला 40 सिंघां ने करिया। इन्ना जोश भर दिता। सिखा हुण तूं गुरु का सिख बन गया, सिंह बन गया। महाराज जी ने फिर 5 ककार बख्श दिते। 5 ककार ने इन्हां ते पहरा देना है। सिखा आ कड़ा पा दिता हाथ दे विच, किरपान पा दिती, केस पा दिते, कछहरा साध संगत 5 ककारां दी बख्शिश कीती महाराज जी ने। ये तेरे इन्हां तो मुनकर नहीं होना। 5 बाणियां नितनेम दी अमृत वेले दियां पढ़नियां ने, इन्हां तो दूर नहीं जाना। 5 करैतां भी दसियां महाराज ने, कहंदे इन्हां दे नेड़े नहीं जाना। 5 करैतां, झूठ बोलना ये भी करैतां च आउंदा है, तंबाकू खाना करैतां च आउंदा है, शराब पीनी करैतां च आउंदी है, पराई धी भैन वल जाना माड़ा देखना ये भी करैता है। बज्जर करैतां ने, ये करैतां होर ने, बज्जर करैतां होर ने। साध संगत महाराज जी ने एक करैतां दस्सिया, इन्हां दे नेड़े नहीं जाना। सिखा महाराज जी ने अज पंथ खालसे दी जिहड़ी बांग डोर है वो अज खालसा सिंह सजा के उन्होंने मोढ़ी बना दिता। गुरु पातशाह जी ने कह दिता, अज तो बाद जिहड़ा हुक्म है 5 प्यारे करनगे उन्होंने कोई दुनिया का बंदा टाल नहीं सकता, मैं भी नहीं टाल सकता। जदों फिर चमकौर की गढ़ी नूं छड्डण वास्ते कहदी 5 सिंघां ने महाराज जी ने हुक्म कीता सी, महाराज चमकौर की गढ़ी छड्ड के चले जाओ। 5 सिंघां दा हुक्म मन्निया महाराज जी ने, चमकौर की गढ़ी छड्ड के तुरे महाराज जी। महाराज जी कहते 5 सिंघां दा जो हुक्म होगा अकाल पुरख महाराज का हुक्म होगा, इनू कोई इहदी अबदूली नहीं करूगा, इनू टाल नहीं सकूगा। साध संगत जी ऐसा जोश भर दिता खालसे विच कि कल्ला कल्ला 1.25 लाख दे नाल लड़न दे जोग बना दिता। 5 करैतां उन्हां तो बचना है, 5 रहतां ने उन्हां दे विच रहना है, 5 ककारां दा धार नहीं होना। अमृत बाणी दियां बाणी दे नाल 5 बाणियां अमृत वेले दियां पढ़नियां ने। ये सिखा तेरे वास्ते गुरु का हुक्म है। अज गुरु महाराज जी ने पंथ खालसे नूं अज दे दिन श्री आनंदपुर साहब की धरती के उत्ते साध संगत जी महाराज जी ने पंथ खालसे की साधना की सी। अज विसाखी है, भावें उन्हां समयां दे विच 13 अप्रैल की विसाखी आई सी, हुण 14 अप्रैल की आई है। 13 अप्रैल की विसाखी संगरांद हुंदी सी। उस दिन महाराज जी ने पंथ खालसे नूं सजाया सी अते जदों जलियांवाले बाग का साका होया उदों भी 13 अप्रैल सी, विसाखी वाला दिन सी, वो भी इसे दिन होया सी। साध संगत आ हुण पता नहीं आ पंडितां ने आ जिहड़े बनाउंदे ने डायरियां जिहियां इन्हां ने तिथाइयां वध घट करके किवें 14 तरीक की बना दित्ती। विसाखी 13 तरीक की संगरांद आउंदी है, 13 तरीक की विसाखी सी। आओ साध संगत हुण गुरु महाराज जी ने किरपा कीती है, अपना परिवार सारा सिख कौम के उत्तों दी वार दिता। जदों साध संगत जी फिर महाराज जी कहन लगे, भाई हुण तुसीं तां सिंह सज गए, सानू भी अमृत छका दिओ, सानू भी गोविंद राय तो गोविंद सिंह बना दिओ। थोड़ा लहजा सी, भाई दया सिंह ने नीवा जा हो के एक गल कह दी, महाराज तुसीं अमृत छक नूं अमृत मंगदे हो, असीं तां पहलां सिर दित्ते ने तां अमृत मिले है, तुसीं की दवेंगे हो सानू। गुरु गोबिंद सिंह महाराज जी ने कहा, दया सिंह गल याद रखी, जे तुसी ने अमृत सकिया सीस दे के सकिया वो समा आऊगा मैं मेरा सारा ही परिवार सिख कौम के लेखे ला देवांगा। सारा परिवार आ अमृत के लेखे ला देवांगा, ये अमृत के बट्टे सोनू सारा परिवार आ जिहड़ा मैं सिख कौम के उत्तों वार देवांगा। साध संगत ये बचन गुरु महाराज जी ने कीता सी। अज महाराज ने आ सरदारियां सानू राज भाग दे मालक, दुनिया उत्ते नाम चलदा गुरु दे सिख दा, लोग डरदे ने, लोग कहंदे ने आ गुरु दा सिख जांदा है, वो खालसा पंथ बना दिता। आओ आ धारना पढ़िए फिर समाप्ति वल वधिए, समा हो गया है।
ਹੋ ਰਾਜ ਭਾਗ ਤੇ ਬਰਕਤਾਂ ਸਾਰੀਆਂ ਖਾਲਸੇ ਨੂੰ ਦੇ ਛੱਡੀਆਂ। ਭਾਗ ਤੇ ਬਰਕਤਾਂ ਸਾਰੀਆਂ ਖਾਲਸੇ ਨੂੰ ਦੇ ਛੱਡੀਆਂ। ਰਾਜ ਭਾਗ ਤੇ ਬਰਕਤਾਂ ਸਾਰੀਆਂ ਉਹ ਰਾਜ ਭਾਗ ਤੇ ਬਰਕਤਾਂ ਸਾਰੀਆਂ ਖਾਲਸੇ ਨੂੰ ਦੇ ਛੱਡੀਆਂ। ਭਾਗ ਤੇ ਬਰਕਤਾਂ ਸਾਰੀਆਂ ਖਾਲਸੇ ਨੂੰ ਦੇ ਛੱਡੀਆਂ। ਖਾਲਸੇ ਨੂੰ ਜੀ ਦੇ ਛੱਡੀਆਂ। ਖਾਲਸੇ ਨੂੰ ਜੀ ਦੇ ਛੱਡੀਆਂ। ਰਾਜ ਭਾਗ ਤੇ ਬਰਕਤਾਂ ਸਾਰੀਆਂ ਖਾਲਸੇ ਨੂੰ ਦੇ ਛੱਡੀਆਂ। ਭਾਗ ਤੇ ਬਰਕਤਾਂ ਸਾਰੀਆਂ ਖਾਲਸੇ ਨੂੰ ਦੇ ਛੱਡੀਆਂ। ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਮੋਰ ਸਾਨਿਜ ਕਰਦਾ ਹੈ ਕਰੀਐ ਸਭ ਬੈਰਨ ਕੋ ਆਜ ਸੰਗਰੀਐ। ਸਾਧ ਸੰਗ ਜੀ, ਗੁਰੂ ਮਹਾਰਾਜ ਜੀ ਸਾਨੂੰ ਸਰਦਾਰੀਆਂ ਦੇ ਕੇ ਗਏ ਨੇ। ਐਵੇਂ ਨਹੀਂ ਇਹ ਸਰਦਾਰਾਂ ਮਿਲੀਆਂ ਹੈਗੀਆਂ, ਇਹ ਬੜੀਆਂ ਔਖੀਆਂ ਮਿਲੀਆਂ ਨੇ ਸਰਦਾਰੀਆਂ। ਇਸੇ ਕਰਕੇ ਕੋਈ ਕਵੀ ਕਹਿੰਦਾ ਬਾਲੋ ਨਿੱਕੀ ਹੈ ਸਿੱਖੀ ਗੁਰਦੇਵ ਤੇਰੀ, ਤਿੱਖੀ ਖੰਡਿਓ ਤੈਂ ਬਣਾਈ ਸਿੱਖੀ। ਇਹ ਸਿੱਖੀ ਤੇ ਔਕੜਾਂ ਬਹੁਤ ਆਈਆਂ ਪਰ ਮੁਸ਼ਕਲ ਵੇਖ ਕੇ ਨਹੀਂ ਘਬਰਾਈ ਸਿੱਖੀ। ਪੰਚਮ ਗੁਰਾਂ ਨੂੰ ਤਵੀ ਤੇ ਪਰਖਿਆ ਜਦ ਚੰਦੂ ਵਿੱਚ ਲਾਹੌਰ ਅਜਮਾਈ ਸਿੱਖੀ। ਉਹ ਜਾਨੀ ਦਿਲਾਂ ਦੇ ਆ ਦਿੱਲੀ ਦੇ ਵਿੱਚ ਜਾ ਕੇ ਤਾਂ ਸ਼ੀਸ਼ ਲਾ ਕੇ ਰੱਖ ਵਿਖਾਈ ਸਿੱਖੀ। ਦੇਗਾਂ ਵਿੱਚ ਹਵਾਲੇ ਸੀ ਬਹੁਤ ਖਾਦੇ, ਇਹ ਗਈ ਆਰਿਆਂ ਨਾਲ ਚਰਵਾਈ ਸਿੱਖੀ। ਉਹ ਮੰਨੂ ਵਰਗਿਆਂ ਜ਼ੋਰ ਬੇਅੰਤ ਲਾਇਆ ਪਰ ਮੁੱਕੀ ਨਹੀਂ ਖਾਲਸਾ ਜੀ ਮੁਕਾਈ ਸਿੱਖੀ। ਐਸੀ ਸਿੱਖੀ ਗੁਰੂ ਮਹਾਰਾਜ ਜੀ ਪੈਦਾ ਕਰਕੇ ਗਏ ਨੇ। ਇਹ ਮੁੱਕ ਨਹੀਂ ਸਕਦੀ, ਮੁੱਕ ਗਈਆਂ ਸਰਕਾਰਾਂ, ਸਿੱਖ ਮੁਕਾਏ ਮੁੱਕੇ ਨੂੰ। ਇਹਨੂੰ ਮੁਕਾਉਣ ਵਾਲੇ ਆਪ ਮੁੱਕ ਗਏ, ਖਤਮ ਹੋ ਗਏ। ਸਿੱਖੀ ਨੂੰ ਖਤਮ ਕਰਨ ਵਾਲੇ ਆਪ ਚਲੇ ਗਏ, ਖਤਮ ਹੋ ਗਏ। ਪਰ ਸਿੱਖੀ ਦਾ ਬੂਟਾ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਾ ਕੇ ਗਏ ਨੇ, ਇਹ ਅੱਜ ਵੀ ਚੜ੍ਹਦੀ ਕਲਾ ਵਾਲਾ, ਅੱਜ ਵੀ ਪ੍ਰਫੁੱਲਤ ਹੈ। ਸਾਧ ਸੰਗਤ ਜੀ, ਆਓ ਮੈਂ ਆਪਣੇ ਜਥੇ ਵੱਲੋਂ ਸਾਰੀਆਂ ਸੰਗਤਾਂ ਨੂੰ ਪੰਥ ਖਾਲਸੇ ਦੇ ਸਾਜਨਾ ਦਿਵਸ ਦੀ ਖੁਸ਼ੀ ਦੇ ਵਿੱਚ ਲੱਖ ਲੱਖ ਮੁਬਾਰਕਾਂ ਵਧਾਈਆਂ ਦਿੰਦਾ ਹੈ। ਅਤੇ ਨਾਲ ਹੀ ਸਾਧ ਸੰਗਤ ਜੀ, ਅੱਜ ਸਾਡੀ ਕੌਮ ਦੇ ਉਹ ਰਹਿਬਰ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦਾ ਜਨਮ ਦਿਨ ਹੈ। ਮੈਂ ਉਹਨਾਂ ਦੇ ਜਨਮ ਦਿਨ ਦੀ ਵੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਵਧਾਈਆਂ ਦਿੰਦਾ ਹੈ। ਸਾਧ ਸੰਗਤ ਜੀ, ਆਓ ਸਮਾਂ ਹੋ ਗਿਆ। ਬਾਬਾ ਬੂਟਾ ਸਿੰਘ